Welcome students to my YouTube channel Classes with Paramjit Kaur. Today we will read a lesson from Lessons for Intensive Study. First chapter, that is Hassan's Attendance Problem, written by Sudha Murthy. बच्चे इंटेंसिव स्टडी का पहला चैप्टर है हसन अटेंडेंस प्रॉब्लम। ये तो चैप्टर तो ही तुहानू पता लग रहेगा हसन है जिहड़ा एक स्टूडेंट का नाम है, बॉय का नाम है, ਉਹਦੀ ਅਟੈਂਡੈਂਸ ਪ੍ਰੋਬਲਮ ਰਹਿੰਦੀ ਹੈ ਹਮੇਸ਼ਾ। ਅਟੈਂਡੈਂਸ ਦਾ ਮਤਲਬ ਕਿ ਉਹਦੇ ਲੈਕਚਰ ਹੈ ਜਿਹੜੇ ਸ਼ਾਰਟ ਰਹਿੰਦੇ ਆ, ਠੀਕ ਹੈ, ਕਿਉਂਕਿ ਇੱਕ ਜਿਵੇਂ ਬੋਰਡ ਦਾ ਵੀ ਤੁਹਾਡੇ ਦੇਖੋ ਜੇ ਬੋਰਡ ਦੇ ਪੇਪਰ ਹੁੰਦੇ ਨੇ ਤਾਂ ਬੋਰਡ ਵੱਲੋਂ ਇੱਕ ਕੰਡੀਸ਼ਨ ਹੁੰਦੀ ਹੈ ਕਿ 75% ਤੁਹਾਡੀ ਅਟੈਂਡੈਂਸ ਜ਼ਰੂਰੀ ਹੈ। ਜੇ ਉਸ ਤੋਂ ਘੱਟ ਹੁੰਦੀ ਹੈ ਤਾਂ ਫਿਰ ਉਹਨਾਂ ਨੂੰ ਹੁੰਦਾ ਹੈ ਕਿ ਪੇਪਰ 'ਚ ਨਹੀਂ ਬੈਠਣ ਦਿੱਤਾ ਜਾਏਗਾ। ਉਸੇ ਤਰ੍ਹਾਂ ਹਸਨ ਵੀ ਹੁੰਦਾ ਕੀ ਹੁੰਦਾ ਹੈਗਾ, ਉਹਦੀ ਅਟੈਂਡੈਂਸ ਹੈ ਜਿਹੜੀ ਹਮੇਸ਼ਾ ਸ਼ਾਰਟ ਹੋ ਜਾਂਦੀ ਹੈ, ਤਾਂ ਉਹ ਪ੍ਰੋਬਲਮ ਉਹਦੀ ਹਮੇਸ਼ਾ ਹੀ ਰਹਿੰਦੀ ਹੈ। ਇਸ ਦੇ ਜਿਹੜਾ ਲਿਖਿਆ ਉਹ ਕੌਣ ਹੈ? ਸੁਧਾ ਮੂਰਤੀ। ਸੁਧਾ ਮੂਰਤੀ ਦਾ ਬੱਚੇ ਪਹਿਲਾਂ ਵੀ ਇੱਕ ਲਿਖਿਆ ਹੋਇਆ ਲੈਸਨ ਤੁਸੀਂ +1 ਵਿੱਚ ਆਲਰੇਡੀ ਪੜ੍ਹਿਆ, ਜੈਂਡਰ ਵਾਈਸ, ਹੈ ਨਾ, ਜਿਹਦੇ ਵਿੱਚ ਉਹ ਸੀਗਾ ਕਿ ਲੇਡੀ ਜਿਹੜੀਆਂ ਅਪਲਾਈ ਨਹੀਂ ਕਰ ਸਕਦੀਆਂ ਉਸ ਜੌਬ ਲਈ ਤੇ ਉਹ ਉਸ ਜੌਬ ਲਈ ਅਪਲਾਈ ਕਰਦੀ ਹੈ, ਉਸ ਦਾ ਲਿਖਿਆ ਹੋਇਆ ਇਹ ਲੈਸਨ ਹੈ। ਉਹਨਾਂ ਦਾ ਇੱਕ ਸਟੂਡੈਂਟ ਸੀ ਸੁਧਾ ਮੂਰਤੀ ਦਾ, ਹਸਨ। ਤਾਂ ਇਹਦੇ ਵਿੱਚ ਅਸੀਂ ਕੀ ਪੜਾਂਗੇ ਇਸ ਸਟੋਰੀ ਦੇ ਵਿੱਚ? ਇਨਡਿਸਿਪਲਿਨਡ ਲਾਈਫ ਬਾਰੇ, ਕਿ ਜਿਹੜੀ ਲਾਈਫ ਇਨਡਿਸਿਪਲਿਨਡ ਹੁੰਦੀ ਹੈ, ਜਿਹੜੇ ਬੱਚੇ ਡਿਸਿਪਲਿਨ 'ਚ ਨਹੀਂ ਰਹਿੰਦੇ ਉਹ ਕਿਤੇ ਸਕਸੈਸ ਨਹੀਂ ਹੋ ਸਕਦੇ, ਠੀਕ ਹੈ। ਜਿਹੜਾ ਹਸਨ ਹੁੰਦਾ ਬੱਚੇ ਉਹਦੀ ਬਹੁਤ ਸ਼ਾਰਪ ਮੈਮਰੀ ਹੁੰਦੀ ਹੈ, ਬਹੁਤ ਅੱਛਾ ਪੜ੍ਹਨ ਦੇ ਵਿੱਚ ਹੁੰਦਾ ਹੈ, ਮਾਰਕਸ ਬਹੁਤ ਅੱਛੇ ਲੈ ਲੈਂਦਾ ਹੈ ਕਿਉਂਕਿ ਉਹ ਸਿਲੈਕਟਡ ਜੇ ਕੁਐਸਚਨ ਜਿਹੜੇ ਇੰਪੋਰਟੈਂਟ ਹੁੰਦੇ ਉਹਨਾਂ ਨੂੰ ਲਰਨ ਕਰਕੇ ਔਰ ਬਹੁਤ ਵਧੀਆ ਨੰਬਰ ਮਤਲਬ ਫਸਟ ਕਲਾਸ ਉਹ ਪਾਸ ਹੁੰਦਾ ਹੈਗਾ। ਪਰ ਜਦੋਂ ਉਸ ਤੋਂ ਬਾਅਦ ਜੌਬ ਦੀ ਗੱਲ ਆਉਂਦੀ ਹੈ ਤਾਂ ਕੀ ਹੁੰਦਾ ਹੈਗਾ, ਉਹਦੇ ਜਿਹੜੇ ਨਾਲ ਦੇ ਬਾਕੀ ਦੇ ਕਲਾਸਮੇਟਸ ਹੁੰਦੇ ਆ ਚੰਗੀਆਂ ਕੰਪਨੀਆਂ ਦੇ ਵਿੱਚ ਜੌਬ ਕਰਦੇ ਨੇ, ਪਰ ਕਿਉਂਕਿ ਉਹਦੀ ਜਿਹੜੀ ਇਨਡਿਸਿਪਲਿਨ ਲਾਈਫ ਸੀ, ਕਿਉਂਕਿ ਉਹ ਡਿਸਿਪਲਿਨ ਨੂੰ ਫੋਲੋ ਹੀ ਨਹੀਂ ਸੀ ਕਰਦਾ, ਉਹ ਆਦਤ ਉਸੇ ਤਰ੍ਹਾਂ ਰਹਿੰਦੀ ਹੈ। ਤਾਂ ਜਿੱਥੇ ਵੀ ਕਿਤੇ ਉਹਨੂੰ ਇੱਕ ਦੋ ਜਗ੍ਹਾ ਤੇ ਜੌਬ ਮਿਲਦੀ ਹੈ, ਇਰੈਗੂਲਰਿਟੀ ਕਾਰਨ ਉਹਨੂੰ ਜਵਾਬ ਮਿਲ ਜਾਂਦਾ ਹੈ। ਇੱਕ ਤਾਂ ਇਹਦੇ ਬਾਰੇ ਪੜਾਂਗੇ ਕਿ ਇਨਡਿਸਿਪਲਿਨਡ ਲਾਈਫ ਸੀ ਉਹਦੀ, ਤੇ ਸਾਨੂੰ ਕੀ ਹੈ ਆਪਣੀ ਲਾਈਫ ਹੈ ਜਿਹੜੀ ਉਹ ਡਿਸਿਪਲਿਨਡ ਬਣਾਉਣੀ ਚਾਹੀਦੀ ਹੈ, ਰੈਗੂਲਰ ਹੋਣਾ ਚਾਹੀਦਾ ਕਲਾਸਾਂ 'ਚ। ਤੇ ਦੂਸਰਾ ਪੜਾਂਗੇ ਵੀ ਸ਼ੁੱਡ ਸਟੱਡੀ ਫਾਰ ਦਾ ਸੇਕ ਆਫ ਨੌਲੇਜ ਨਾਟ ਫਾਰ ਦਾ ਮਾਰਕਸ, ਕਿ ਸਾਨੂੰ ਪੜ੍ਹਨਾ ਚਾਹੀਦਾ ਕਾਹਦੇ ਲਈ? ਨੌਲੇਜ ਗੇਨ ਕਰਨ ਦੇ ਲਈ, ਕਿ ਅਸੀਂ ਵੱਧ ਤੋਂ ਵੱਧ ਨੌਲੇਜ ਲੈਣੀ ਹੈ। ਪ੍ਰੈਕਟੀਕਲ ਨੌਲੇਜ ਵੀ ਸਾਡੇ ਕੋਲ ਹੋਣੀ ਚਾਹੀਦੀ ਹੈ, ਥਿਓਰੀਟੀਕਲ ਵੀ ਹੋਣੀ ਚਾਹੀਦੀ ਹੈ। ਤੇ ਸਿਰਫ ਮਾਰਕਸ ਦੇ ਲਈ ਨਹੀਂ ਪੜ੍ਹਨਾ ਕਿ ਅਸੀਂ ਮਾਰਕਸ ਲੈਣੇ ਆ, ਬਹੁਤ ਵਧੀਆ ਮਾਰਕਸ ਲੈ ਲਏ, ਕਿਉਂਕਿ ਇਸ ਲੈਸਨ ਦੇ ਵਿੱਚ ਤੁਸੀਂ ਦੇਖੋਗੇ ਕਿ ਹਸਨ ਹੈ ਜਿਹੜਾ ਬਹੁਤ ਅੱਛੇ ਮਾਰਕਸ ਲੈਂਦਾ ਹੈ ਪਰ ਉਹ ਉਹਨਾਂ ਸਕਸੈਸ ਨਹੀਂ ਆਪਣੀ ਲਾਈਫ 'ਚ ਹੋ ਪਾਉਂਦਾ। ਤਾਂ let us start lesson Hassan's attendance problem. ਹਾਂਜੀ, first of all for Sudha Murthy. Mrs. Sudha Murthy is a teacher, social worker and a philanthropist. ਕੀ ਸੀ? ਸੁਧਾ ਮੂਰਤੀ ਇੱਕ ਟੀਚਰ ਹੈ, ਸੋਸ਼ਲ ਵਰਕਰ ਵੀ ਹੈ, ਸਮਾਜ ਸੇਵਕ ਹੈਗੀ, ਤੇ ਫਿਲਾਂਥ੍ਰੋਪਿਸਟ ਹੁੰਦਾ ਪਰਉਪਕਾਰ, ਦੂਸਰਿਆਂ ਦੀ ਭਲਾਈ ਦੇ ਲਈ ਕੰਮ ਕਰਨ ਵਾਲੀ। Her work speaks more than any words will. ਉਸ ਦੇ ਜਿਹੜਾ ਕੰਮ ਹੈ ਉਹ ਜ਼ਿਆਦਾ ਬੋਲਦਾ ਹੈ ਉਹਦੇ ਸ਼ਬਦਾਂ ਦੇ ਨਾਲ। She is the spouse of humble Mr. Narayan Murthy, the founder of Infosys. Infosys ਜਿਹੜੀ ਕੰਪਨੀ ਹੈ ਬੱਚੇ ਉਹਦਾ ਫਾਊਂਡਰ ਹੈ ਨਰੈਣ ਮੂਰਤੀ, ਉਸ ਦੀ ਵਾਈਫ ਹੈ ਉਹ। Her contribution towards family, company and world is immense. ਉਹਦਾ ਜਿਹੜਾ ਕੰਟਰੀਬਿਊਸ਼ਨ ਹੈ, ਦੇਣ ਹੈ ਆਪਣੇ ਪਰਿਵਾਰ ਨੂੰ, ਕੰਪਨੀ ਨੂੰ ਤੇ ਸੰਸਾਰ ਨੂੰ, ਉਹ ਕੀ ਹੈ? ਬਹੁਤ ਜ਼ਿਆਦਾ ਹੈ। Her humbleness reflects in her writing. ਉਹਦੀ ਹੰਬਲਨੈਸ ਹੈ ਜਿਹੜੀ ਉਹ ਕਿੱਥੋਂ ਰਿਫਲੈਕਟ ਹੁੰਦੀ ਹੈ? ਉਹਦੀਆਂ ਰਾਈਟਿੰਗਸ ਦੇ ਵਿੱਚੋਂ ਜੋ ਲਿਖਦੀ ਹੈ। Hassan's attendance problem describes the consequences of not taking things seriously and not working for the sake of knowledge. ਜਿਹੜਾ ਇਹ ਲੈਸਨ ਹੈ ਸਾਡਾ ਉਹ ਕੀ ਹੈ? ਉਸ ਦਾ ਰਿਜ਼ਲਟ ਹੈ। ਕਨਸੀਕੁਐਂਸਿਸ ਹੁੰਦੇ ਆ ਬੱਚੇ ਰਿਜ਼ਲਟਸ, ਕਿ ਚੀਜ਼ਾਂ ਨੂੰ ਸੀਰੀਅਸਲੀ ਨਾ ਲੈਣ ਦੇ ਨਤੀਜੇ ਹੈ। ਐਂਡ ਨਾਟ ਫॉर ਵਰਕਿੰਗ ਦਾ ਸੇਕ ਆਫ ਨੌਲੇਜ, ਕਿ ਨੌਲੇਜ ਗੇਨ ਕਰਨ ਦੇ ਲਈ ਕੰਮ ਨਹੀਂ ਕੀਤਾ ਉਸਨੇ, ਉਹਦੇ ਬਾਰੇ ਚ ਲਿਖਿਆ। ਓਨਲੀ ਵਰਕਿੰਗ ਫॉर ਮਾਰਕਸ ਔਰ ਮਨੀ ਵਿਲ ਲੀਡ ਵਨ ਨੋਵੇਅਰ। ਸਿਰਫ ਕਹਿੰਦੇ ਪੈਸੇ ਲਈ ਕੰਮ ਕਰਨਾ ਤੇ ਮਾਰਕਸ ਦੇ ਲਈ ਕੰਮ ਕਰਨਾ ਕਿ ਨੰਬਰ ਜ਼ਿਆਦਾ ਲੈਣੇ ਆ, ਉਹ ਆਦਮੀ ਨੂੰ ਕਿਤੇ ਵੀ ਨਹੀਂ ਲਿਜਾਵੇਗਾ। She explains it with quite essential example of her student Hassan, who used to bunk a lot of her class. Quite essential ਹੁੰਦਾ ਬੱਚੇ perfect way ਦੇ ਨਾਲ। ਉਸਨੇ ਮਤਲਬ ਇੱਕ perfect example ਦਿੱਤੀ ਹੈ ਬਹੁਤ ਸੋਹਣੀ ਆਪਣੇ ਸਟੂਡੈਂਟ ਹਸਨ ਦੀ, ਜਿਹੜਾ ਕਿ ਹਮੇਸ਼ਾ used to ਹਮੇਸ਼ਾ ਕੀ ਕਰਦਾ ਸੀ? ਕਲਾਸਾਂ ਬੰਕ ਕਰਦਾ ਸੀ।
कि क्लास नहीं सी रेगुलर लगाता। हाँ जी, लेसन है। फॉर मैनी ईयर्स नाउ आई हैव बीन टीचिंग कंप्यूटर साइंस टू स्टूडेंट्स studying for their masters in computer application at a college in Bangalore. I have interacted with many students, and though it is not possible to remember all of them now, the memories of some are etched in my head. That is not because they were all brilliant, but rather because something in them was very different from the others. ਕਹਿੰਦੇ ਕਈ ਸਾਲਾਂ ਤੋਂ ਜਦੋਂ ਮੈਂ ਕੰਪਿਊਟਰ ਸਾਇੰਸ ਪੜ੍ਹਾ ਰਹੀ ਸੀ ਸਟੂਡੈਂਟਸ ਨੂੰ, ਉਹਨਾਂ ਦਾ ਕਿਹੜਾ MCA ਦਾ ਕੋਰਸ, ਮਾਸਟਰਸ ਦੇ ਵਿੱਚ ਜਿਹੜੇ ਸਟੂਡੈਂਟ ਪੜ੍ਹਦੇ ਸੀ ਕੰਪਿਊਟਰ ਐਪਲੀਕੇਸ਼ਨਸ, ਬੈਂਗਲੌਰ ਦੇ ਕਾਲਜ ਵਿੱਚ ਜਦੋਂ ਸੁਧਾ ਮੂਰਤੀ ਪੜ੍ਹਾ ਰਹੀ ਹੈ, ਤਾਂ ਕਹਿੰਦੇ ਬਹੁਤ ਸਾਰੇ ਸਟੂਡੈਂਟਸ ਦੇ ਨਾਲ ਮੇਰੀ ਇੰਟਰੈਕਸ਼ਨ ਹੁੰਦੀ ਸੀਗੀ। ਤਾਂ ਕੀ ਸੀਗੇ ਉਹਨਾਂ ਦੇ ਵਿੱਚੋਂ, ਕਹਿੰਦੇ ਬਹੁਤਿਆਂ ਨੂੰ ਤਾਂ ਮੈਂ ਯਾਦ ਨਹੀਂ ਰੱਖ ਸਕਦੀ ਕਿਉਂਕਿ ਸਟੂਡੈਂਟ ਬਹੁਤ ਸਾਰੇ ਪੜ੍ਹ ਕੇ ਚਲੇ ਜਾਂਦੇ, ਕੁਝ ਜਿਹੜੇ ਹੁੰਦੇ ਨੇ ਕਿ ਉਹ ਦਿਮਾਗ 'ਚ ਰਹਿ ਜਾਂਦੇ ਤੇ ਕੁਝ ਨਹੀਂ। ਤੇ ਕਹਿੰਦੇ ਉਹਨਾਂ ਦੇ ਵਿੱਚੋਂ ਕੁਝ ਦੀਆਂ ਮੈਮਰੀਜ਼ ਨੇ ਜਿਹੜੀਆਂ ਉਹ ਮੇਰੇ ਦਿਮਾਗ ਦੇ ਵਿੱਚ ਹੈ, ਐਸਟ ਹੁੰਦਾ ਜਿੱਦਾਂ ਛਾਪ ਛੱਡ ਜਾਣੀ ਕਿਸੇ ਦੀ, ਮਤਲਬ ਕਿ ਦਿਮਾਗ ਤੇ ਰਹਿ ਜਾਣਾ ਉਹ। ਦੈਟ ਇਜ਼ ਕਹਿੰਦੇ ਇਸ ਕਰਕੇ ਨਹੀਂ ਕਿ ਉਹ ਸਾਰੇ ਬਹੁਤ ਜ਼ਿਆਦਾ ਬ੍ਰਿਲੀਅੰਟ ਸੀਗੇ, ਕਿਉਂਕਿ ਜਿਹੜੇ ਬ੍ਰਿਲੀਅੰਟ ਬੱਚੇ ਹੁੰਦੇ ਆ ਉਹ ਟੀਚਰਸ ਦੇ ਯਾਦ ਰਹਿ ਜਾਂਦੇ ਆ, ਪਰ ਕਹਿੰਦੇ ਕੁਝ ਐਦਾਂ ਦੇ ਵੀ ਸੀਗੇ ਜਿਹੜੇ ਬ੍ਰਿਲੀਅੰਟ ਹੋਣ ਕਰਕੇ ਨਹੀਂ, ਉਹ ਇਸ ਕਰਕੇ ਰਹਿ ਜਾਂਦੇ ਆ ਯਾਦ ਕਿਉਂਕਿ ਉਹ ਦੂਸਰਿਆਂ ਨਾਲੋਂ ਕੁਝ ਵੱਖਰਾ ਕਰਦੇ ਆ। In my first batch, there was a very bright boy called Hassan. He was tall, handsome, with a very good memory. He came from an affluent family. Affluent hunda bache rich, where he was the only son. Initially, I did not come to know of his existence at all, mainly because he was hardly ever present. I normally take the first class of the day, which is scheduled at 9 a.m. or the one after that at 10 a.m. I prefer this time as this is when students are fresh and very attentive. ਕਹਿੰਦੇ ਮੇਰਾ ਫਰਸਟ ਬੈਚ ਹੀ ਸੀ ਕਾਲਜ ਦਾ ਉਸ ਟਾਈਮ ਤੇ, ਉਹਦੇ ਚ ਇੱਕ ਬੱਚਾ ਸੀ ਹਸਨ ਜਿਹੜਾ ਕਿ ਬਹੁਤ ਬ੍ਰਾਈਟ ਬॉय ਸੀ, ਇੰਟੈਲੀਜੈਂਟ ਸੀ, ਉਹ ਟਾਲ ਵੀ ਸੀ, ਲੰਬਾ, ਹੈਂਡਸਮ ਤੇ ਚੰਗੀ ਉਹਦੀ ਮੈਮਰੀ ਸੀਗੀ, ਔਰ ਇੱਕ ਰਿਚ ਫੈਮਿਲੀ ਤੋਂ ਆਉਂਦਾ ਸੀਗਾ ਤੇ ਇਕੱਲਾ ਬੇਟਾ ਸੀਗਾ ਆਪਣੇ ਪੇਰੈਂਟਸ ਦਾ। ਤੇ ਕਹਿੰਦੇ ਸ਼ੁਰੂ ਦੇ ਵਿੱਚ ਮੈਂ ਉਹਨੂੰ ਕਦੇ ਘੱਟ ਹੀ ਦੇਖਦਾ ਸੀ। ਐਗਜ਼ਿਸਟੈਂਸ ਹੁੰਦੀ ਹੈ ਪ੍ਰੈਜ਼ੈਂਸ ਹੋਣਾ, ਕਿ ਪ੍ਰੈਜ਼ੈਂਸ ਉਹਦੀ ਸੀ ਜਿਹੜੀ ਬਹੁਤ ਘੱਟ ਹੁੰਦੀ ਸੀ ਕਿਉਂਕਿ ਉਹ ਕਦੇ ਕਹਿੰਦੇ ਮਤਲਬ ਮੈਂ ਦੇਖਿਆ ਹੀ ਨਹੀਂ ਸੀ ਉਹਨੂੰ, ਬਹੁਤ ਘੱਟ ਉਹ ਪ੍ਰੈਜ਼ੈਂਟ ਹੁੰਦਾ ਸੀ ਕਲਾਸ 'ਚ। ਮੈਂ ਆਮ ਤੌਰ ਤੇ ਕਲਾਸ ਸੀ ਜਿਹੜੀ ਉਹ ਕਿੰਨੇ ਵਜੇ ਲੈਂਦੀ ਸੀ, 9 ਵਜੇ ਲੈਂਦੀ ਸੀ, ਔਰ ਇੱਕ ਉਸ ਤੋਂ ਬਾਅਦ 10 ਵਜੇ। ਕਿਉਂਕਿ ਉਹ ਟਾਈਮ ਕਿਉਂ ਪ੍ਰੈਫਰ ਕਰਦੀ ਸੀ ਸੁਧਾ ਮੂਰਤੀ, ਕਿਉਂਕਿ ਉਸ ਟਾਈਮ ਤੇ ਜਿਹੜੇ ਬੱਚੇ ਨੇ ਉਹ ਜ਼ਿਆਦਾ ਫਰੈਸ਼ ਵੀ ਹੁੰਦੇ ਨੇ ਤੇ ਉਹ ਧਿਆਨ ਦੇ ਨਾਲ ਪੜ੍ਹਦੇ ਆ ਉਸ ਟਾਈਮ। Once in a while, Hassan would turn up, particularly if there was a class test or during examinations. I met him more often for attendance shortage meetings. He would beg for attendance in such a manner that it was very difficult for me to say no. Sometimes I would get upset and tell him, "No, I can't give you attendance. There should be discipline." ਕਹਿੰਦੇ ਕੀ ਸੀਗੇ, ਹਸਨ ਸੀਗਾ ਜਿਹੜਾ ਉਹ ਕੀ ਕਰਦਾ ਸੀ, ਪਾਰਟਿਕੂਲਰਲੀ ਕਲਾਸ ਦੇ ਵਿੱਚ ਕਦੋਂ ਆਉਂਦਾ ਸੀਗਾ, ਜਦੋਂ ਕੋਈ ਟੈਸਟ ਹੁੰਦੇ ਸੀ ਜਾਂ ਐਗਜ਼ਾਮੀਨੇਸ਼ਨ ਹੁੰਦੇ ਸੀ ਪੇਪਰ, ਉਦੋਂ ਹੀ ਉਹ ਕਲਾਸ 'ਚ ਆਉਂਦਾ ਸੀਗਾ। ਤੇ ਜਾਂ ਕਦੋਂ ਮਿਲਦਾ ਸੀਗਾ ਮੈਨੂੰ ਆਫਨ, ਉਸ ਟਾਈਮ ਤੇ ਅਕਸਰ ਉਦੋਂ ਮਿਲਦਾ ਸੀ ਜਦੋਂ ਉਹਦੀ ਅਟੈਂਡੈਂਸ ਸ਼ਾਰਟੇਜ ਹੋ ਜਾਂਦੀ ਸੀ। ਉਹ ਲੈਕਚਰ ਮੰਗਣ ਆ ਜਾਂਦਾ ਸੀ ਕਿ ਮੇਰੀ ਜਿਹੜੀ ਅਟੈਂਡੈਂਸ ਹੈ ਮੈਮ ਉਹ ਪੂਰੀ ਕਰ ਦਿਓ। ਤੇ ਉਹ ਕੀ ਕਰਦਾ ਸੀ, ਇਸ ਤਰੀਕੇ ਦੇ ਨਾਲ ਬੈਗ ਕਰਦਾ ਸੀ, ਮਤਲਬ ਜਿਵੇਂ ਭੀਖ ਮੰਗਦਾ ਹੋਵੇ ਅਟੈਂਡੈਂਸ ਦੇ ਲਈ, ਇਸ ਤਰੀਕੇ ਨਾਲ ਮੰਗਦਾ ਸੀਗਾ ਕਿ ਮੇਰੇ ਲਈ ਨਾ ਕਹਿਣਾ ਮੁਸ਼ਕਲ ਹੋ ਜਾਂਦਾ ਸੀ। ਤੇ ਕਦੇ ਕੀ ਸੀਗਾ, ਸਮਟਾਈਮਸ ਕਹਿੰਦੇ ਕਈ ਵਾਰ ਮੈਂ ਅਪਸੈਟ ਹੋ ਜਾਂਦੀ ਇਸ ਚੀਜ਼ ਤੇ ਕਿ ਇਸ ਦਾ ਤਾਂ ਇਹੀ ਹਾਲ ਹੈ ਕਿ ਇਹਨੇ ਆਉਣਾ ਹੀ ਨਹੀਂ, ਅਟੈਂਡੈਂਸ ਇਹਦੀ ਸ਼ਾਰਟੇਜ ਹੀ ਰਹਿੰਦੀ ਹੈ। ਤਾਂ ਮੈਂ ਉਹਨੂੰ ਕਹਿ ਵੀ ਦਿੰਦੀ ਸੀ ਕਿ ਨਹੀਂ, ਮੈਂ ਅਟੈਂਡੈਂਸ ਨਹੀਂ ਪੂਰੀ ਕਰਨੀ। ਤੇ ਇੱਥੇ ਕੀ ਹੋਣਾ ਚਾਹੀਦਾ, देयर शुड बी डिसिप्लिन ਹੋਣਾ ਚਾਹੀਦਾ ਲਾਈਫ ਦੇ ਵਿੱਚ। ਯੈਸ ਮੈਮ, he would reply apologetically, "Pardon me, from the next semester onwards I will definitely attend your class. Can you not pardon me this time? To err is human, to forgive is divine. You have only taught us this." ਕਹਿੰਦਾ ਹਾਂ ਮੈਮ, ਬਹੁਤ ਹੀ ਅਪੋਲੋਜੈਟਿਕਲੀ ਮੈਨਰ ਦੇ ਨਾਲ ਸੌਰੀ ਫੀਲ ਕਰਦਾ ਸੀ ਕਿ ਹਾਂ ਮੈਮ ਇਸ ਵਾਰ ਮੈਨੂੰ ਮਾਫ ਕਰ ਦਿਓ, ਅਗਲੇ ਸਮੈਸਟਰ ਤੋਂ ਕੀ ਹੈ ਮੈਂ ਰੈਗੂਲਰ ਹੋਊਂਗਾ, ਪੱਕਾ ਕਲਾਸ ਅਟੈਂਡ ਕਰਿਆ ਕਰਾਂਗਾ ਤੁਹਾਡਾ।
कि तुसी मैनू माफ नहीं करोगे? तुसी तो सानू ये सिखाया कि टू एर इज ह्यूमन, कि मनुख गलती का पुतला है, ते माफ कर देना की है दैवी गुण है कि उन्होंने माफ कर देना चाहिए। कहना यही तो तुसी सानू पढ़ाने है कि तुसी मैनू माफ नहीं करोगे। हुण आई कुड नॉट रिमेन एंग्री फॉर लॉन्ग। टीचर्स डू गेट अपसेट विद स्टूडेंट्स हु आर नॉट रेगुलर, but if the attendance shortage affects their appearance in the final examination, one tends to melt like snow against the sun. A good teacher will always wish for the best for her student. Though I do agree discipline is very important too. ਕੀ ਸੀ ਕਹਿੰਦੇ ਫਿਰ ਮੈਂ ਬਹੁਤੀ ਦੇਰ ਗੁੱਸੇ ਨਹੀਂ ਸੀ ਰਹਿ ਸਕਦੀ। ਔਰ ਕੀ ਹੈ टीचर ਕਹਿੰਦੇ ਅਪਸੈਟ ਹੋ ਜਾਂਦੇ ਇਹਦੇ ਲਈ ਜਿਹੜੇ ਸਟੂਡੈਂਟ ਰੈਗੂਲਰ ਨਹੀਂ ਹੁੰਦੇ। ठीक है, इस चीज का ये चीज तो उन्होंने अपसेट करती है कि स्टूडेंट रेगुलर क्यों नहीं आते। पर जे सिर्फ जिहड़ी अटेंडेंस शॉर्टेज हुंदी है उन्हां दी लाइफ नूं अफेक्ट करती है तां कि फाइनल एग्जामिनेशन च उन्हां नूं बैठण भी ना दिता जाएगा, ठीक है, अटेंडेंस के कारण फिर उत्थे टीचर है जिहड़े मेल्ट हो जाते हैं, थोड़े जिहे स्नोज की तरह कहते मेल्ट हो जाते हैं। जिवें बर्फ है जिहड़ी वो सूरज च जांदी पिघल जाती है, उस तरह जिहड़ा उन्हां दा दिल है टीचर्स का वो भी पिघल जाता है कि बेचारे स्टूडेंट का जिहड़ा साल खराब हो जाएगा मेरे कारण। तो की सी कहने मैं भी अपने गुड टीचर जिहड़ा हुंदा है, चंगा टीचर है, वो हमेशा अपने विद्यार्थियों का स्टूडेंट्स का की सोचता है, भलाई सोचता है। इस करके भावें कहने मैं इस चीज नाल सहमत है कि डिसिपलिन है जिहड़ा वो बहुत ही ज्यादा इंपॉर्टेंट है, महत्वपूर्ण है जिंदगी दे विच। पर फिर भी कि उसका साल ना खराब होवे तां मैं जिहड़ा उहनूं माफ कर दिंदी सी और उहदी अटेंडेंस पूरी कर दिंदी सी। As he was very bright, Hassan would invariably get a first class in the exam. However, before the exam started, every semester this drama with Hassan would be repeated. I would get upset, threaten, and ultimately give in. Each time Hassan would promise to improve his attendance record and for 1 week would attend all classes. Then the same old story would follow. Each time he had a different reason for his absences. Unfortunately, they always seemed genuine to me. की सी क्योंकि हसन सी जिहड़ा ब्राइट सी इंटैलीजेंट स्टूडेंट सीगा, वो की करदा सी क्लास दे विच हमेशा फर्स्ट क्लास च पास हुंदा सीगा। जदों ओहदे एग्जाम शुरू होने हुंदे सीगे हर समैस्टर दे विच यही ड्रामा जिहड़ा सी हसन दा रिपीट हुंदा सी, दोबारा दोबारा वो यही रिपीट करदा रहिंदा सी कि ओहदी जिहड़ी अटेंडेंस सी हमेशा शॉर्ट हुंदी सी। इस चीज ने कहते मैनू बहुत अपसैट किया सीगा। इस दे कारण मैं उन्होंने कई बार धमकी भी दी ते हर टाइम ते हसन की करदा सीगा, प्रॉमिस करदा सी मेरे नाल कि जिहड़ा अटेंडेंस रिकॉर्ड है अगले समैस्टर तो मेरा इंप्रूव हो जाएगा, उहदे च सुधार हो जाएगा कि मैं सारियां क्लासां जिहड़ियां रेगुलरली अटेंड करांगा। पर की सी एक हफ्ते लई हुंदा सीगा कि एक हफ्ता वो सारियां क्लासां अटेंड कर लैंदा, पर उस तो बाद फिर वही स्टोरी चलदी सी कि आउंदा ही नहीं सी स्कूल। ते हर बारी की हुंदा सी उहदा डिफरेंट रीजन हुंदा सीगा कि गैर हाजिर होने का एबसेंट होने का वखरा ही रीजन वो दस दिंदा सीगा कि मैं क्यों की कारण हो गया। तो इसे करके की सीगा अनफॉर्चुनेटली कहते बदकिस्मती दे नाल मैनू भी जो रीजन दिंदा सी वो ही लगदा सी कि जेन्युइन है कि ठीक है ये रीजन जो दे रहे। Once I got tired of his stories and called his parents. Your son is a bright boy. He is not arrogant, but he is indisciplined. If only he came to class regularly and attended the lab, I am sure he can get a rank. I have failed to convince him. I will be happy if you could look into the matter more seriously because this is going to affect his life, I said to them. एक बार की होया कहंदे ओदियां जड़ियां ऐदां दियां स्टोरियां सी हसन दियां ते मैं उन्हां तो बहुत अक गई ते ओदे पेरेंट्स नूं बुलाया। पेरेंट्स नूं बुला के की कहा कि तुहाडा बच्चा जिहड़ा बहुत इंटैलीजेंट है कि ये मतलब कि एरोगेंट हुंदा, वैसे घमंडी जां जिहदे च हौमे जी होवे उदां दा नहीं है कि गल ना मन्ने, बट ही इज इनडिसिप्लिनड। पर की है डिसिप्लिन नहीं है, इनडिसिप्लिनड है। जे ये कहंदे क्लास रेगुलरली आवे, सिर्फ क्लास रेगुलरली आवे ते लैब अटेंड करे। लैब अटेंड करने का मतलब कि प्रैक्टिकली जिहड़े प्रैक्टिकल सारे करे तो यह की कर सकता है, एक रैंक लै सकता है। कला पास ही नहीं हो सकता, फर्स्ट क्लास च पास हो जाएगा, ਇਹਦਾ ਚੰਗਾ रैंक भी आ सकता है। ਤੇ आई हैव मैं उन्होंने कन्विंस करने ਦੇ ਵਿੱਚ फेल ਹੋਈ ਹੋਈ, ਇਸ ਨੂੰ मतलब कि मैं कन्विंस नहीं कर पाਉਂਦੀ कि क्लास रेगुलर लावे। ਤੇ मैं कहनी बहुत खुश होवांगी
ਸੁਧਾ ਮੂਰਤੀ ਕਹਿ ਰਹੀ ਹੈ, ਕਹਿੰਦੀ ਮੈਂ ਬਹੁਤ ਖੁਸ਼ ਹੋਊਂਗੀ ਜੇ ਤੁਸੀਂ ਇਸ ਮੈਟਰ ਨੂੰ ਸੀਰੀਅਸਲੀ ਲਓ ਤੇ ਇਹ ਸਾਰਾ ਕੁਝ ਕੀ ਹੈ, ਇਹਦੀ ਲਾਈਫ ਨੂੰ ਖਰਾਬ ਕਰ ਰਿਹਾ। ਮੈਂ ਉਹਦੇ ਪੇਰੈਂਟਸ ਨੂੰ ਕਿਹਾ ਇਹ ਚੀਜ਼ ਕਿ ਤੁਸੀਂ ਇਸ ਮੈਟਰ ਨੂੰ ਸੀਰੀਅਸਲੀ ਲਓ, ਇਹਨੂੰ ਰੈਗੂਲਰ ਕਾਲਜ ਭੇਜੋ, ਤਾਂ ਕਿ ਇਹ ਜਿਹੜਾ ਹੈਗਾ ਇਹਦਾ ਇਰਰੈਗੂਲਰ ਆਉਣਾ ਕਾਲਜ ਦੇ ਵਿੱਚ, ਕਿ ਰੈਗੂਲਰ ਨਹੀਂ ਆਉਂਦਾ, ਇਹ ਕੀ ਹੈ, ਇਹਦੀ ਲਾਈਫ ਨੂੰ ਖਰਾਬ ਕਰ ਰਿਹਾ। Hassan's father was a busy man and did not take my words very seriously. ਹਸਨ ਦਾ ਫਾਦਰ ਕੀ ਸੀਗਾ, ਬਹੁਤ ਹੀ ਬਿਜ਼ੀ ਮੈਨ ਸੀ, ਉਹਨੇ ਜਿਹੜੇ ਮੈਂ ਸ਼ਬਦ ਕਹੇ ਤਾਂ ਉਹਨੂੰ ਕੋਈ ਸੀਰੀਅਸਲੀ ਨਹੀਂ ਲਿਆ। He said as long as he does well, that is fine with me, because after a certain age, children don't listen to their parents. Only life will teach them. ਉਹਨੇ ਕੀ ਕਿਹਾ ਕਿ as long as he does well, ਕਿ ਜਿੰਨਾ ਅਸੀਂ ਕਰ ਸਕਦੇ ਉਹ ਕਰਦੇ, that is fine, ਜੋ ਕਰ ਰਿਹਾ ਠੀਕ ਕਰ ਰਿਹਾ। ਕਿਉਂ? ਕਿਉਂਕਿ ਇੱਕ ਏਜ ਹੁੰਦੀ ਹੈ ਬੱਚਿਆਂ ਦੀ, ਉਸ ਤੋਂ ਬਾਅਦ ਜਿਹੜੇ ਹੁੰਦੇ ਨੇ ਕਿ ਉਹ ਆਪਣੇ ਪੇਰੈਂਟਸ ਨੂੰ ਨਹੀਂ ਸੁਣਦੇ, ਸਿਰਫ ਉਹਨਾਂ ਦੀ ਜਿਹੜੀ ਜ਼ਿੰਦਗੀ ਹੈ, ਓਨਲੀ ਲਾਈਫ ਵਿਲ ਟੀਚ them, ਸਿਰਫ ਜ਼ਿੰਦਗੀ ਹੀ ਉਹਨਾਂ ਦੀ ਸਿਖਾ ਸਕਦੀ ਹੈ ਉਹਨਾਂ ਨੂੰ। But his mother was in tears, ਪਰ ਉਸ ਦੀ ਮਦਰ ਦੀਆਂ ਅੱਖਾਂ ਦੇ ਵਿੱਚ ਕੀ ਸੀ? ਹੰਝੂ ਸੀ। Madam, I have failed as a mother. He does not listen to me at all. He spends all night listening to music and chatting with his friends. He sleeps at 6 in the morning. How can he come to any class? He does not pay any attention to what I say and tells me I repeat the same thing always. मैम की कह रही ਉਹਦੀ ਮਦਰ ਵਿਚਾਰੀ ਦੀਆਂ ਅੱਖਾਂ 'ਚ ਹੰਝੂ ਵੀ ਆ ਗਏ ਕਿ ਮੈਂ ਐਜ਼ ਅ ਮਦਰ ਫੇਲ ਹੈ, ਮੈਂ ਕੁਝ ਨਹੀਂ ਕਰ ਸਕਦੀ ਇਹਦੇ ਲਈ, ਕਿਉਂਕਿ ਇਹ ਮੈਨੂੰ ਸੁਣਦਾ ਹੀ ਨਹੀਂ ਮੇਰੀ ਗੱਲ, ਔਰ ਸਾਰੀ ਰਾਤ ਕੀ ਕਰਦਾ ਹੈ? ਮਿਊਜ਼ਿਕ ਸੁਣਦਾ ਰਹਿੰਦਾ ਹੈ, ਗਾਣੇ ਸੁਣਦਾ ਰਹਿੰਦਾ ਹੈ, ਤੇ ਜਾਂ ਫਰੈਂਡਸ ਦੇ ਨਾਲ ਚੈਟਿੰਗ ਕਰਦਾ ਰਹਿੰਦਾ ਹੈ, ਗੱਲਾਂ ਕਰਦਾ ਰਹਿੰਦਾ ਹੈ। ਔਰ ਸੌਂਦਾ ਕਦੋਂ ਹੈ? ਹੀ ਸਲੀਪਸ ਐਟ 6 in the morning, 6 ਵਜੇ ਸੌਂਦਾ ਸਵੇਰੇ। ਬੱਚੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਧਿਆਨ ਨਾਲ ਸੁਣੀਆਂ, ਕਿਉਂਕਿ ਜਿਹੜਾ 1 ਮਾਰਕਸ ਵਾਲੇ ਕੁਐਸਚਨ ਨੇ ਉਹ ਲੈਸਨ ਦੇ ਵਿੱਚੋਂ ਹੀ ਆਉਂਦੇ ਆ ਕਿ ਹਸਨ ਕਿੰਨੇ ਵਜੇ ਸੌਂਦਾ ਸੀ, ਕੀ ਕਰਦਾ ਸੀ, ਐਦਾਂ ਦੇ ਕੁਐਸਚਨ ਹੈ ਜਿਹੜੇ 1-1 ਨੰਬਰ ਵਾਲੇ, ਉਹ ਲੈਸਨ ਦੇ ਵਿੱਚੋਂ ਹੀ ਆ। ਹਾਊ ਕੈਨ ਹੀ ਕਮ ਟੂ ਐਨੀ ਕਲਾਸ? ਜਦੋਂ 6 ਵਜੇ ਉਹ ਸਵੇਰੇ ਸੌਂਦਾ ਹੈ ਤਾਂ ਫਿਰ ਉਹ ਕਿਸੇ ਕਲਾਸ 'ਚ ਕਿਵੇਂ ਆ ਸਕਦਾ ਹੈ? ਤੇ ਉਹ ਕੋਈ ਇਸ ਚੀਜ਼ ਵੱਲ ਕੋਈ ਧਿਆਨ ਹੀ ਨਹੀਂ ਦਿੰਦਾ ਕਿ ਉਹਨੂੰ ਕੀ ਕਿਹਾ ਜਾਂਦਾ ਹੈ, ਕਿ ਮੈਂ ਇਹ ਚੀਜ਼ਾਂ ਨੇ ਬਾਰ-ਬਾਰ ਰਿਪੀਟ ਕਰਦੀ ਰਹਿੰਦੀ ਹਾਂ ਉਹਨੂੰ ਕਿ ਜਲਦੀ ਉੱਠਣਾ ਹੈ, ਜਲਦੀ ਸੌਣਾ ਹੈ, ਪਰ ਉਹ ਗੱਲ ਸੁਣਦਾ ਹੀ ਨਹੀਂ, ਕੋਈ ਧਿਆਨ ਨਹੀਂ ਦਿੰਦਾ। The meeting ended in an argument between his parents. ਜਿਹੜੀ ਮੀਟਿੰਗ ਸੀ ਪੇਰੈਂਟਸ ਦੇ ਨਾਲ ਰੱਖੀ, ਉਹ ਇਸ ਬਹਿਸਬਾਜ਼ੀ ਦੇ ਵਿੱਚ, ਆਰਗੂਮੈਂਟ ਹੁੰਦਾ ਬਹਿਸ ਕਰਨੀ, ਬਹਿਸਬਾਜ਼ੀ ਦੇ ਵਿੱਚ ਹੀ ਖਤਮ ਹੋ ਗਈ। His father said, you are the mother. It is your duty to correct him. You should spend more time with him. I am so busy. You have failed. Father ਕੀ ਕਹਿ ਰਿਹਾ? ਮਦਰ ਨੂੰ ਹੀ ਕਹਿ ਰਿਹਾ ਕਿ ਮਦਰ ਰਿਸਪੌਂਸੀਬਲ ਹੈ, ਕਿ ਮਦਰ ਦੀ ਡਿਊਟੀ ਬਣਦੀ ਹੈ ਕਿ ਇਹਨੂੰ ਠੀਕ ਕਰਨਾ ਹੈ, ਕਿਉਂਕਿ ਜ਼ਿਆਦਾ ਟਾਈਮ ਮਦਰ ਹੀ ਉਹਦੇ ਨਾਲ ਸਪੈਂਡ ਕਰਦੀ ਹੈ। ਮੈਂ ਤਾਂ ਬਹੁਤ ਜ਼ਿਆਦਾ ਬਿਜ਼ੀ ਹਾਂ ਤੇ ਤੂੰ ਇਸ ਦੇ ਵਿੱਚ ਅਸਫਲ ਹੋਈ ਹੈ, ਫੇਲ ਹੈ ਤੂੰ ਇਸ ਚੀਜ਼ 'ਚ ਕਿ ਤੂੰ ਬੇਟੇ ਦਾ ਧਿਆਨ ਨਹੀਂ ਰੱਖ ਰਹੀ। His mother said, you are the father. It is difficult to control boys. You can speak to him man to man. Earning money is not the only thing in life. और मदर की कह रही है कि तुसी फादर हो, एक फादर ਦਾ ਵੀ ਫਾਦਰ ਹੈ ਜਿਹੜਾ ਉਹ ਜ਼ਿਆਦਾ ਅੱਛੀ ਤਰ੍ਹਾਂ ਲੜਕੇ ਨੂੰ ਕੰਟਰੋਲ ਕਰ ਸਕਦਾ ਹੈ, ਕਿ ਲੜਕੇ ਵੀ ਜਿਹੜੇ ਮਾਂ ਦੀ ਗੱਲ ਨਹੀਂ ਸੁਣਦੇ ਪਿਤਾ ਦੀ ਜ਼ਿਆਦਾ ਸੁਣਦੇ ਨੇ, ਕਿ ਫਾਦਰ ਨੂੰ ਕੰਟਰੋਲ ਕਰਨਾ ਚਾਹੀਦਾ ਹੈ, ਕਿ ਇੱਕ ਆਦਮੀ ਨੂੰ ਬੋਲ ਸਕਦਾ ਹੈਗਾ, ਤੇ ਸਿਰਫ ਜ਼ਿੰਦਗੀ ਦੇ ਵਿੱਚ ਪੈਸਾ ਹੀ ਕਮਾ ਲੈਣਾ, अर्निंग मनी इज नॉट द ओनली थिंग इन लाइफ, कि यह सिर्फ पैसा ही कमा लेना जिंदगी च सारा कुछ नहीं है, कि लाइफ बिजी। This continued for a while and the meeting ended fruitlessly. Hassan continued in his ways till he passed out of his course as usual in first class. He was a nice boy. He came and thanked me. ਜਿਹੜੀ ਮੀਟਿੰਗ ਸੀ ਇਸੇ ਬਹਿਸਬਾਜ਼ੀ ਦੇ ਵਿੱਚ ਉਹਦਾ ਕੋਈ ਰਿਜ਼ਲਟ ਨਹੀਂ ਨਿਕਲਿਆ, ਫਰੂਟਲੈਸਲੀ ਮੀਟਿੰਗ ਸੀ ਜਿਹੜੀ ਖਤਮ ਹੋ ਗਈ। ਇਹ ਬੱਚੇ ਇੰਪੋਰਟੈਂਟ ਕੁਐਸਚਨ ਹੈ, ਵਾਈ ਦਾ ਟੀਚਰ ਪੇਰੈਂਟਸ ਮੀਟਿੰਗ ਐਂਡ ਫਰੂਟਲੈਸਲੀ। ਇਹ ਕੁਐਸਚਨ ਹੈ ਜਿਹੜਾ ਪੇਪਰ ਦੇ ਵਿੱਚ ਮੋਸਟਲੀ ਆਉਂਦਾ ਹੀ ਹੈ। ਹਸਨ ਦੇ ਜਿਹੜਾ ਉਹ ਤਰੀਕਾ ਸੀਗਾ ਉਸੇ ਤਰ੍ਹਾਂ ਚੱਲਦਾ ਰਿਹਾ ਜਦੋਂ ਤੱਕ ਉਹਨੇ ਕੋਰਸ ਪਾਸ ਨਹੀਂ ਕੀਤਾ। ਕੋਰਸ ਦੇ ਬੱਚੇ 5 ਜਾਂ 6 ਸਮੈਸਟਰ ਹੁੰਦੇ ਆ, ਕਹਿੰਦੇ ਉਹ ਸਾਰੇ ਸਮੈਸਟਰਾਂ ਦੇ ਦੌਰਾਨ ਏਦਾਂ ਹੀ ਚੱਲਦਾ ਰਿਹਾ ਉਹਦਾ, ਜਿਵੇਂ ਕਿ ਪਹਿਲੀ ਕਲਾਸ ਦੇ ਵਿੱਚ ਸੀ। He was a nice boy, ਚੰਗਾ ਮੁੰਡਾ ਸੀ ਉਹ। He came and thanked me. ਉਹ ਆਇਆ ਤੇ ਮੈਨੂੰ ਥੈਂਕਸ ਕੀਤਾ। ਕਾਹਦੇ ਲਈ? ਮੈਮ ਥੈਂਕ ਯੂ ਫॉर ਟੀਚਿੰਗ ਮੀ ਫॉर the last 3 years.
Because of your kind heart, I could get all my attendance. I wish all teachers were like you in the college. ਕੀ ਕਹਿ ਰਿਹਾ ਮੈਮ ਦਾ ਥੈਂਕ ਯੂ ਕਰ ਰਿਹਾ, ਕਹਿੰਦਾ ਤੁਹਾਡੇ ਕਾਰਨ ਤੁਸੀਂ ਮੈਨੂੰ ਪੜਾਉਂਦੇ ਸੀ, ਇਸ ਕਰਕੇ ਮੈਂ ਜਿਹੜੇ 3 ਸਾਲ ਨੇ ਉਹ ਪੂਰੇ ਕਰ ਲਏ ਆ। 3 ਸਾਲਾਂ ਤੋਂ ਤੁਹਾਡੇ ਕੋਲ ਪੜ੍ਹੇ ਆ ਕਿਉਂਕਿ ਤੁਸੀਂ ਇੰਨੇ ਦਿਆਲੂ ਸੀ, ਕਾਈਂਡ ਹਾਰਟ ਸੀਗੇ। ਤੁਹਾਡੇ ਮਤਲਬ ਕਾਈਂਡ ਹਾਰਟ ਹੋਣ ਦੇ ਕਾਰਨ ਵੀ ਜਿਹੜੀ ਮੇਰੀ ਅਟੈਂਡੈਂਸ ਸੀ ਉਹ ਪੂਰੀ ਹੁੰਦੀ ਸੀ, ਤਾਂ ਹੀ ਮੈਂ ਪੇਪਰਾਂ 'ਚ ਬੈਠ ਸਕਦਾ ਸੀ। ਕਹਿੰਦਾ ਮੇਰੀ ਇੱਛਾ ਹੈ, ਵਿਸ਼ ਕੀ ਕਰਦਾ ਕਿ ਸਾਰੇ ਟੀਚਰ ਤੁਹਾਡੇ ਵਰਗੇ ਚੰਗੇ ਹੋਣ ਤਾਂ ਸਟੂਡੈਂਟ ਲਈ ਕਿੰਨਾ ਵਧੀਆ। ਆਈ ਲਾਫਡ, ਮੈਂ ਹੱਸੀ। God willing we will meet again, परमात्मा ਦੀ ਮਰਜ਼ੀ ਹੋਈ ਤਾਂ ਅਸੀਂ ਦੁਬਾਰਾ ਮਿਲਾਂਗੇ। But I did not meet Hassan for a long time and forgot all about him. Years passed. I taught many students. Some of them became very good human beings. Some became famous. Some became rich, and some remained ordinary. As far as I was concerned, they were like my children. Some remember me still and send invitations to weddings, naming ceremonies, housewarmings, etc. If I am in town, I definitely try and attend, because for me their immense love is my strength. ਕੀ ਸੀ ਕਿ ਹਸਨ ਨੂੰ ਮੈਂ ਕਿਹਾ ਕਿ ਪਰਮਾਤਮਾ ਦੀ ਮਰਜ਼ੀ ਹੋਈ ਤਾਂ ਅਸੀਂ ਕਦੇ ਮਿਲਾਂਗੇ, ਪਰ ਕਹਿੰਦੇ ਮੈਂ ਉਸ ਨੂੰ ਮਿਲਿਆ ਨਹੀਂ, ਬਹੁਤ ਮਿਲੀ ਨਹੀਂ ਹੈ। ਸੁਦਾ ਮੂਰਤੀ ਕਹਿ ਰਹੀ ਕਿ ਬਹੁਤ ਟਾਈਮ ਲੰਘ ਗਿਆ ਤੇ ਮੈਂ ਉਹਦੇ ਬਾਰੇ ਸਾਰਾ ਕੁਝ ਭੁੱਲ ਗਈ। ਕਈ ਸਾਲ ਲੰਘ ਗਏ, ਮੈਂ ਬਹੁਤ ਸਾਰੇ ਸਟੂਡੈਂਟਸ ਨੂੰ ਪੜ੍ਹਾਇਆ, ਉਹਨਾਂ ਦੇ ਵਿੱਚੋਂ ਬਹੁਤ ਅੱਛੇ ਇਨਸਾਨ ਬਣ ਗਏ, ਕੁਝ ਫੇਮਸ ਹੋਏ, ਕੁਝ ਰਿਚ ਸੀਗੇ ਤੇ ਕੁਝ ਆਰਡੀਨਰੀ ਰਹਿ ਗਏ, ਮਤਲਬ ਕਿ ਉਹਨੇ ਸਕਸੈਸ ਆਪਣੀ ਲਾਈਫ ਦੇ ਵਿੱਚ ਨਹੀਂ ਹੋਈ। ਜਿੱਥੋਂ ਤੱਕ ਕਹਿੰਦੇ ਮੇਰਾ ਕੰਸਰਨ ਹੈ, ਮੈਂ ਉਹਨਾਂ ਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਹੀ ਸਮਝਦੀ ਸੀ। ਕਈਆਂ ਨੇ ਮੈਨੂੰ ਆਪਣੇ ਮਤਲਬ ਵਿਆਹ ਦੇ ਇਨਵੀਟੇਸ਼ਨ ਵੀ ਭੇਜੇ ਤੇ ਕਈਆਂ ਨੇ ਨਾਮਕਰਨ ਦਾ ਸੀ, ਨੇਮਿੰਗ ਸੈਰੇਮਨੀਜ਼ ਹੁੰਦੀਆਂ ਸੀ ਜਾਂ ਹਾਊਸ ਵਾਰਮਿੰਗ ਸੀ, ਘਰ ਦਾ ਉਦਘਾਟਨ ਕਰਨਾ, ਉਹਦੇ ਲਈ ਕੋਈ ਵੀ ਉਹਨਾਂ ਦੀਆਂ ਪਾਰਟੀਆਂ ਵਗੈਰਾ ਹੁੰਦੀਆਂ ਸੀ ਤਾਂ ਮੈਨੂੰ ਉਹ ਬੁਲਾਉਂਦੇ ਸੀ। ਤੇ ਜੇ ਮੈਂ ਸ਼ਹਿਰ ਦੇ ਵਿੱਚ ਹੁੰਦੀ ਸੀ ਤਾਂ ਮੈਂ ਕੀ ਸੀਗਾ ਅਟੈਂਡ ਵੀ ਕਰਦੀ ਸੀ। ਡੈਫੀਨੇਟਲੀ ਟਰਾਈ ਐਂਡ ਅਟੈਂਡ, ਪੂਰੀ ਕੋਸ਼ਿਸ਼ ਕਰਦੀ ਸੀ ਕਿ ਉਹਨੂੰ ਮੈਂ ਅਟੈਂਡ ਕਰਾਂ। ਕਿਉਂ? ਕਾਹਦੇ ਕਾਰਨ? ਕਿ ਕਿਉਂਕਿ ਮੇਰਾ ਬੱਚਿਆਂ ਦੇ ਨਾਲ ਪਿਆਰ ਹੀ ਇੰਨਾ ਜ਼ਿਆਦਾ ਸੀ, ਬੱਚੇ ਮੇਰੇ ਪਿਆਰ ਹੀ ਮੈਨੂੰ ਬਹੁਤ ਜ਼ਿਆਦਾ ਕਰਦੇ ਸੀ, ਤਾਂ ਮੈਂ ਨਾ ਨਹੀਂ ਸੀ ਕਰ ਸਕਦੀ। ਉਹਨਾਂ ਦੀਆਂ ਜਿਹੜੀਆਂ ਸੈਰੇਮਨੀਜ਼ ਹੁੰਦੀਆਂ ਸੀ ਉਹ ਅਟੈਂਡ ਕਰਦੀ ਸੀ। One Monday morning, my secretary told me that a person wanting to sell the latest software in high school teaching wanted to meet me. ਇੱਕ ਕੀ ਹੋਇਆ, ਮੰਡੇ ਮਾਰਨਿੰਗ ਸੀ, ਮੰਡੇ ਮਾਰਨਿੰਗ ਨੂੰ ਹੀ ਮੇਰੀ ਸੈਕਟਰੀ ਨੇ ਆ ਕੇ ਮੈਨੂੰ ਦੱਸਿਆ ਕਿ ਇੱਕ ਪਰਸਨ ਹੈ ਜਿਹੜਾ ਕਿ ਹਾਈ ਸਕੂਲ ਦੇ ਲਈ ਪੜ੍ਹਾਇਆ ਜਾਣ ਵਾਲਾ ਸੌਫਟਵੇਅਰ ਸੈਲ ਕਰ ਰਿਹਾ। ਸੌਫਟਵੇਅਰ ਮਤਲਬ ਉਹਨੇ ਕੋਈ ਬਣਾਇਆ ਹੋਇਆ ਸੀ, ਉਹਦਾ ਦਾ ਪ੍ਰੋਗਰਾਮਿੰਗ CD ਦੇ ਵਿੱਚ ਸੀ ਉਹਦੇ ਕੋਲੇ, ਕਿ ਸੌਫਟਵੇਅਰ ਹੈ ਜਿਹੜਾ ਸਕੂਲ ਦੇ ਵਿੱਚ ਕੰਮ ਕਰੇਗਾ, ਯੂਜ਼ਫੁਲ ਹੈ ਸਟੱਡੀ ਦੇ ਲਈ, ਉਹ ਸੇਲ ਕਰਨ ਵਾਲਾ ਮਿਲਣਾ ਚਾਹੁੰਦਾ ਮੈਨੂੰ। I was extremely busy and the piles of unanswered letters were looking at me accusingly. I had no time to talk to a salesperson. So I told her, he can meet someone else. I don't have time. ਕੀ ਸੀ? ਕਹਿੰਦੇ ਮੈਂ ਬਹੁਤ ਜ਼ਿਆਦਾ ਬਿਜੀ ਸੀ। ਪਾਈਲਸ ਆਫ ਅਨਆਨਸਰ, ਪਾਈਲਸ ਹੁੰਦਾ ਬੱਚੇ ਢੇਰ, ਇੱਕ ਜਿਹੜੀਆਂ ਲੈਟਰਸ ਦਾ ਮੈਂ ਜਵਾਬ ਦੇਣਾ ਸੀ, ਜਿਨ੍ਹਾਂ ਦਾ ਜੇ ਮੈਂ ਦਿੱਤਾ ਨਹੀਂ ਸੀ, ਮੇਰੇ ਅੱਗੇ ਉਹਦਾ ਢੇਰ ਲੱਗਿਆ ਹੋਇਆ ਸੀ, ਬਹੁਤ ਜ਼ਿਆਦਾ ਬਿਜੀ ਸੀ ਮੈਂ। ਇਸ ਕਰਕੇ ਮੈਂ ਕੀ ਕਿਹਾ ਕਿ ਮੇਰੇ ਕੋਲ ਕੋਈ ਟਾਈਮ ਨਹੀਂ ਹੈ ਕਿਸੇ ਸੇਲਸ ਪਰਸਨ ਨੂੰ ਮਿਲਣ ਦਾ, ਕਿ ਮੈਂ ਉਸਨੂੰ ਆਪਣੇ ਸੈਕਟਰੀ ਨੂੰ ਕੀ ਕਹਿ ਦਿੱਤਾ ਉਸਨੂੰ ਕਿ ਉਹ ਕਿਸੇ ਨੂੰ ਹੋਰ ਮਿਲ ਲਵੇ, ਮੇਰੇ ਕੋਲ ਟਾਈਮ ਨਹੀਂ ਹੈ। ਬਟ ਮਾਈ ਸੈਕਟਰੀ ਸੈਡ ਹੀ ਵਾਜ਼ ਇਨਸਿਸਟਿੰਗ ਹੁੰਦਾ ਬੱਚੇ ਜਿੱਦ ਕਰਨੀ। He wanted to meet only me and that he was my student. ਉਹ ਜਿੱਦ ਕਰ ਰਿਹਾ ਕਿ ਉਹ ਸਿਰਫ ਮੈਨੂੰ ਮਿਲਣਾ ਚਾਹੁੰਦਾ ਹੈ ਕਿ ਉਹ ਮੇਰਾ ਸਟੂਡੈਂਟ ਰਹਿ ਚੁੱਕਿਆ। She knew how fond I was of all my students, so she had not been unable to say no to him. ਕੀ ਸੀ? ਉਹਨੂੰ ਪਤਾ ਸੀ, ਕਿਹਨੂੰ? ਸੈਕਟਰੀ ਨੂੰ ਪਤਾ ਸੀ ਕਿ ਮੈਂ ਆਪਣੇ ਜਿਹੜੇ ਬੱਚੇ ਆ ਉਹਨਾਂ ਨੂੰ ਕਿੰਨਾ ਪਿਆਰ ਕਰਦੀ ਹਾਂ, ਤਾਂ ਇਸ ਕਰਕੇ ਉਹ ਉਹਨੂੰ ਅਨੇਬਲ ਸੀ ਕਹਿਣ ਦੇ ਕਿ no to him, ਕਿ ਉਹਨੂੰ ਨਾ ਨਹੀਂ ਸੀ ਕਹਿ ਸਕਦੀ। In that case, let him see me at 2 PM. ਤਾਂ ਫਿਰ ਕੀ ਕਿਹਾ ਇਸ ਕੇਸ ਦੇ ਵਿੱਚ ਕਿ ਮੇਰਾ ਸਟੂਡੈਂਟ ਹੈ ਤੇ ਉਹਨੂੰ ਕਹਿ ਦੋ ਕਿ 2 ਵਜੇ ਮੈਂ ਮਿਲਾਂ। In the afternoon, a man of about 35 years, plump with a bald head and moderately dressed, was waiting for me in the office. In his hand was the CD with the software. I could not place him, though he seemed familiar. He smiled at me and said, Madam, can you recognize me?
You may not, because how can you remember all your students? From a window, you can see the outside world, but from the outside, you cannot see all that is inside. ਔਰ ਕੀ ਸੀ ਫਿਰ ਆਫਟਰਨੂਨ ਦੇ ਵਿੱਚ 35 ਇਅਰਸ 올ਡ ਇੱਕ ਆਦਮੀ ਮੈਨੂੰ ਮਿਲਣ ਆਉਂਦਾ ਹੈ। ਉਹ ਕੌਣ ਸੀਗਾ? ਹਸਨ ਹੀ ਸੀਗਾ। 35 ਇਅਰਸ 올ਡ ਹੋ ਚੁੱਕਿਆ ਸੀ। ਪਲੰਪ ਮੀਨਿੰਗ ਥੋੜਾ ਮੋਟਾ, ਬਾਲਡ ਹੈਡ, ਉਹਦਾ ਹੈਡ ਸੀ ਜਿਹੜਾ ਬਾਲਡ ਹੁੰਦਾ ਜਿੱਥੇ ਵਿਦ ਨੋ ਹੇਅਰਸ, ਵਿਦਆਊਟ ਐਨੀ ਹੇਅਰ, ਕਿ ਉਹਦੇ ਸਿਰ ਤੇ ਗੰਜ ਪਿਆ ਹੋਇਆ ਸੀਗਾ, ਸਿਰ ਤੇ ਬਾਲ ਨਹੀਂ ਸੀ। ਤਾਂ ਕੀ ਸੀਗਾ, ਆਫਿਸ ਦੇ ਵਿੱਚ ਮੇਰੇ ਵੇਟ ਕਰ ਰਿਹਾ ਸੀਗਾ, ਤਾਂ ਉਹਦੇ ਹੱਥ ਦੇ ਵਿੱਚ ਕੀ ਸੀ? ਇੱਕ CD ਸੀਗੀ ਸੌਫਟਵੇਅਰ ਦੀ, ਤੇ ਮੈਂ ਉਹਨੂੰ ਪਛਾਣ ਨਹੀਂ, ਆਈ ਕੁਡ ਨਾਟ ਪਲੇਸ ਹਿਮ ਦੋ ਹੀ ਸੀਮਡ ਫੈਮੀਲੀਅਰ। ਭਾਵੇਂ ਉਹ ਮੈਨੂੰ ਲੱਗ ਰਿਹਾ ਸੀਗਾ ਕਿ ਵੀ ਉਹ ਮੈਨੂੰ ਜਾਣਦਾ ਚੰਗੀ ਤਰ੍ਹਾਂ, ਪਰ ਮੈਂ ਉਹਨੂੰ ਦੇਖਿਆ ਨਹੀਂ ਸੀ, ਮਤਲਬ ਪਛਾਣ ਨਹੀਂ ਸਕੀ। ਕੁਡ ਨਾਟ ਪਲੇਸ ਹਿਮ ਦਾ ਮਤਲਬ ਪਛਾਣ ਨਹੀਂ ਸਕੀ। ਤਾਂ ਉਹ ਕੀ ਸਮਾਈਲ ਐਟ ਮੀ, ਮੇਰੇ ਤੇ ਹੱਸਿਆ ਤੇ ਮੈਨੂੰ ਕਿਹਾ ਕਿ ਤੁਸੀਂ ਮੈਨੂੰ ਪਛਾਣਿਆ ਨਹੀਂ ਹੈ। ਕਿਵੇਂ ਹੋ ਸਕਦਾ? ਕਹਿੰਦਾ ਕਿਉਂਕਿ ਸਾਰੇ ਸਟੂਡੈਂਟਸ ਨੂੰ ਤਾਂ ਯਾਦ ਰੱਖਣਾ ਵੀ ਮੁਸ਼ਕਲ ਹੈ, ਕਿਉਂਕਿ ਬਹੁਤ ਸਾਰੇ ਸਟੂਡੈਂਟਸ ਤਾਂ ਤੁਹਾਡੇ ਕੋਲੋਂ ਚਲੇ ਗਏ ਨੇ। ਤਾਂ ਫਿਰ ਉਹ ਉਹਨਾਂ ਦੀ ਕਹੀ ਹੋਈ ਇੱਕ ਗੱਲ ਕਹਿੰਦੇ ਆ, ਫਰੋਮ ਅ ਵਿੰਡੋ, ਖਿੜਕੀ ਦੇ ਵਿੱਚੋਂ ਤੁਸੀਂ ਬਾਹਰ ਸਾਰਾ ਕੁਝ ਦੇਖ ਸਕਦੇ ਹੋ ਕਿ ਆਊਟਸਾਈਡ ਕੀ ਹੋ ਰਿਹਾ, ਪਰ ਆਊਟਸਾਈਡ ਤੋਂ ਇੱਕ ਖਿੜਕੀ ਦੇ ਥਰੂ ਅਸੀਂ ਅੰਦਰ ਨਹੀਂ ਦੇਖ ਸਕਦੇ ਕਿ ਕੀ ਹੈ। ਉਹ ਹਮੇਸ਼ਾ ਆਪਣੇ ਬੱਚਿਆਂ ਨੂੰ ਇਦਾਂ ਦੀ ਗੱਲ ਮਤਲਬ ਕਿ ਕਲਾਸ ਦੇ ਵਿੱਚ ਸਮਝਾਉਂਦੇ ਸੀ। ਤਾਂ ਉਹੀ ਜਿਹੜੀ ਉਹਦੀ ਮਤਲਬ ਸੁਧਾ ਮੂਰਤੀ ਦੀ ਕਹੀ ਹੋਈ ਲਾਈਨ ਸੀ, ਤਾਂ ਹਸਨ ਨੇ ਬੋਲੀ ਉਹ, I liked his analogy and was sure he was my student because I often used this phrase in my class. Still I could not guess who he was. ਜਦੋਂ ਉਹਨੇ ਇਹ ਲਾਈਨ ਕਹੀ, ਕਹਿੰਦੇ ਇਹ ਤਾਂ ਮੈਨੂੰ ਪਤਾ ਚੱਲ ਗਿਆ ਕਿ ਮੇਰਾ ਸਟੂਡੈਂਟ ਹੈ, ਕਿਉਂਕਿ ਇਹ ਫਰੇਜ਼ ਸੀ ਜਿਹੜੀ ਮੈਂ ਹਮੇਸ਼ਾ ਕਲਾਸ ਦੇ ਵਿੱਚ ਯੂਜ਼ ਕਰਦੀ ਹਾਂ, ਤੇ ਪਰ ਇਹ ਗੈਸ ਨਹੀਂ ਕਰ ਪਾਈ ਕਿ ਉਹ ਕੌਣ ਹੈ। ਮੈਡਮ, I was the perpetual late comer of your class. ਕੀ ਹੈ? ਕਹਿੰਦੇ ਮੈਂ ਉਹੀ ਬੱਚਾ ਜਿਹੜਾ ਹਮੇਸ਼ਾ ਲੇਟ ਹੁੰਦਾ ਸੀ, ਲੇਟ ਕਮਰ ਸੀ ਤੁਹਾਡੀ ਕਲਾਸ ਦਾ। That's when the coin dropped. Hi Hassan, how are you? It has been a long time since I last met you. I was very happy to see you. ਔਰ ਜਦੋਂ ਉਹਨੇ ਇਹ ਗੱਲ ਕਹੀ ਕਿ ਮੈਂ ਉਹੀ ਹਾਂ ਜਿਹੜਾ ਹਮੇਸ਼ਾ ਲੇਟ ਹੁੰਦਾ ਸੀ, ਲੇਟ ਕਮਰ ਸੀ ਕਲਾਸ ਦਾ, ਤਾਂ ਕੀ ਸੀਗਾ? coin dropped, ਤੇ ਮੈਨੂੰ ਉਦੋਂ ਹਿੰਟ ਮਿਲ ਗਿਆ ਤੇ ਮੈਂ ਉਹਦਾ ਮਤਲਬ ਨਾਮ ਵੀ ਯਾਦ ਆ ਗਿਆ, ਤੇ ਉਹਨੂੰ ਕਿਹਾ ਕਿ ਹਸਨ ਕਿਵੇਂ ਹੈ। ਔਰ ਇਹ ਬਹੁਤ ਟਾਈਮ ਹੋ ਗਿਆ ਸੀ ਜਦੋਂ ਅਖੀਰਲੀ ਵਾਰ ਮੈਂ ਉਹਨੂੰ ਮਿਲੀ ਸੀ, ਔਰ ਉਹਨੂੰ ਮਿਲ ਕੇ ਮੈਨੂੰ ਬਹੁਤ, I was very happy to see him. ਉਹਨੂੰ ਮਿਲ ਕੇ ਮੈਨੂੰ ਬਹੁਤ ਖੁਸ਼ੀ ਹੋਈ। ਮੈਡਮ, I am fine and remember many of your lessons. ਕਿ ਮੈਂ ਬਹੁਤ ਵਧੀਆ ਤੇ ਤੁਹਾਡੇ ਬਹੁਤ ਸਾਰੇ ਲੈਸਨ ਮੈਨੂੰ ਯਾਦ ਹੈ। Is it database management or C or Pascal? ਕੀ ਪੁੱਛਿਆ? ਤਾਂ ਪੁੱਛ ਰਹੇ ਕਿ database management, ਮਤਲਬ ਉਹ ਲੈਂਗੁਏजेस ਦੀ ਗੱਲ ਕਰ ਰਹੇ ਆ ਕਿ ਜੋ ਮੈਂ ਪੜ੍ਹਾਏ ਸੀ ਚੈਪਟਰ ਉਹ ਯਾਦ ਹੈ ਤੈਨੂੰ। None of the software, madam. I remember the more lessons. ਕਿ ਨਹੀਂ, ਸੌਫਟਵੇਅਰ ਵਾਲੇ ਜਿਹੜੇ ਚੈਪਟਰ ਨੇ ਉਹ ਨਹੀਂ ਮੈਨੂੰ ਕੋਈ ਯਾਦ, ਮੈਨੂੰ ਕੀ ਨੇ ਜਿਹੜੀਆਂ ਮੋਰਲ ਲੈਸਨ ਤੁਸੀਂ ਦਿੱਤੇ ਨੇ, ਠੀਕ ਹੈ, ਮੋਰਲ ਵੈਲਿਊਜ਼ ਜੋ ਤੁਸੀਂ ਜਮਾਤ ਦੇ ਵਿੱਚ ਪੜ੍ਹਾਈਆਂ ਉਹ ਮੈਨੂੰ ਸਾਰੀਆਂ ਯਾਦ ਆ, ਉਹ ਮੈਨੂੰ ਬਹੁਤ ਯਾਦ ਆਉਂਦੀਆਂ ਤੁਹਾਡੀਆਂ ਗੱਲਾਂ। ਠੀਕ ਹੈ ਬੱਚੇ, ਇਦਾਂ ਹੀ ਮਤਲਬ ਕਿ ਜੋ ਉਹ ਦੱਸਦੇ ਸੀ ਨਾ ਕਿ ਰੈਗੂਲਰ ਹੋਣਾ ਜ਼ਰੂਰੀ ਹੈ, ਜਾਂ ਜਿਵੇਂ ਉਹ ਜਿਹੜੀ ਉਹਨੇ ਫਰੇਜ਼ ਸੀ ਕੋਡ ਕੀਤੀ ਕਿ ਵਿੰਡੋ ਤੋਂ ਬਾਹਰ ਅਸੀਂ ਸਾਰਾ ਕੁਝ ਦੇਖ ਸਕਦੇ ਹਾਂ, ਪਰ ਵਿੰਡੋ ਤੋਂ ਅੰਦਰ ਨਹੀਂ ਅਸੀਂ ਸਾਰਾ ਕੁਝ ਦੇਖ ਸਕਦੇ, ਉਦਾਂ ਦੀਆਂ ਗੱਲਾਂ ਉਹ ਸਾਰੀਆਂ ਹਸਨ ਨੂੰ ਯਾਦ ਸੀ, ਪਰ ਉਹ ਲੈਸਨਸ ਬਾਰੇ ਨਹੀਂ ਸੀ। I did not know what moral lessons I had taught, though I do tell some stories during my lectures on computer software. ਕਹਿੰਦੇ ਮੈਨੂੰ ਨਹੀਂ ਸੀ ਯਾਦ ਕਿ ਮੈਂ ਕੀ ਮੋਰਲ ਲੈਸਨਸ ਉਹਨੂੰ ਦਿੱਤੇ ਸੀਗੇ, ਪਰ ਕਹਿੰਦੇ ਉਦਾਂ ਭਾਵੇਂ ਮੈਂ ਛੋਟੀਆਂ ਕੋਈ ਕਹਾਣੀਆਂ ਉਹਨਾਂ ਨੂੰ ਸੁਣਾ ਦਿੰਦੇ ਸੀ। ਜਦੋਂ ਮੇਰੇ ਕੰਪਿਊਟਰ ਸੌਫਟਵੇਅਰ ਦਾ ਕੋਈ ਲੈਕਚਰ ਹੁੰਦਾ ਸੀ, ਲੈਕਚਰ ਦੇ ਦੌਰਾਨ ਹੀ ਕੋਈ ਛੋਟੀ ਜਿਹੀ ਸਟੋਰੀ ਉਹਨਾਂ ਨੂੰ ਸੁਣਾ ਦਿੰਦੇ ਸੀ। ਹਸਨ, what are you doing now? Now his face became a little pale. ਜਦੋਂ ਕਹਿੰਦੇ ਹਸਨ ਨੂੰ ਪੁੱਛਦੇ ਆ ਕਿ ਕੀ ਕਰ ਰਹੇ ਆ, ਤਾਂ ਹੁਣ ਹਸਨ ਦਾ ਚਿਹਰਾ ਸੀ ਥੋੜਾ ਪੀਲਾ ਪੈ ਗਿਆ, ਮੁਰਝਾ ਗਿਆ, ਉੱਤਰ ਜੇ ਗਿਆ। ਮੈਡਮ, I am selling this software which is useful in teaching maths, physics and chemistry. ਕੀ ਕਰ ਰਹੇ? ਮੈਂ ਸੌਫਟਵੇਅਰ ਵੇਚ ਰਿਹਾ ਜਿਹੜਾ ਕਿ ਫਿਜ਼ਿਕਸ, ਮੈਥ ਤੇ ਕੈਮਿਸਟਰੀ ਪੜਾਉਣ ਦੇ ਲਈ ਯੂਜ਼ਫੁਲ ਹੈ। It is of help to both teachers and students. I know your foundation helps a lot in education at the high school level. I thought it may be of some interest to you. ਇਹ ਟੀਚਰਸ ਦੇ ਲਈ ਵੀ ਤੇ ਸਟੂਡੈਂਟਸ ਦੇ ਲਈ ਵੀ ਹੈਲਪਫੁਲ ਹੈ। ਕਹਿੰਦੇ ਮੈਨੂੰ ਪਤਾ ਹੈ ਜਿਹੜੀ ਫਾਊਂਡੇਸ਼ਨ ਹੈ ਤੁਹਾਡੀ ਉਹ ਹਾਈ ਸਕੂਲ ਲੈਵਲ ਦੇ ਜਿਹੜੇ ਐਜੂਕੇਸ਼ਨ ਹੈ ਉਹਨਾਂ ਨੂੰ ਕਾਫੀ ਸਪੋਰਟ ਕਰਦੀ ਹੈ, ਹੈਲਪ ਕਰਦੀ ਹੈ ਉਹਦੇ ਵਿੱਚ, ਤਾਂ ਮੈਂ ਸੋਚਿਆ ਵੀ ਇਹ ਸ਼ਾਇਦ ਤੁਹਾਡੇ ਕੰਮ ਦਾ ਹੋਏਗਾ ਕਿ ਤੁਸੀਂ ਉਹ ਹਾਈ ਸਕੂਲ ਦੇ ਵਿੱਚ ਲਗਵਾ ਦੋਗੇ, ਮੇਰਾ ਹਾਈ ਸਕੂਲ ਲੈਵਲ 'ਚ। ਹਸਨ, what did you do for so many years? ਤਾਂ ਪੁੱਛਦੇ ਆ ਕਿ ਤੂੰ ਇੰਨੇ ਸਾਲਾਂ ਤੋਂ ਕੀ ਕਰ ਰਿਹਾ ਸੀ, ਕੀ ਕਰਦਾ ਇੰਨੇ ਸਾਲਾਂ ਦਾ।
I knew all his classmates by this time were in very high positions in the software industry. ਕਹਿੰਦੀ ਮੈਨੂੰ ਪਤਾ ਸੀ ਕਿ ਜਿਹੜੇ ਉਹਦੇ ਕਲਾਸਮੇਟ ਨੇ ਉਹ ਬਹੁਤ ਉੱਚੀਆਂ ਉੱਚੀਆਂ ਪੋਸਟਾਂ ਤੇ ਪਹੁੰਚ ਚੁੱਕੇ ਨੇ ਸੌਫਟਵੇਅਰ ਇੰਡਸਟਰੀ ਦੇ ਵਿੱਚ ਚੰਗਾ ਨਾਮ ਹੈ ਉਹਨਾਂ ਦਾ ਹਸਨ being a bright student should have definitely done well ਕਿ ਹਸਨ ਵੀ ਇੱਕ ਬ੍ਰਾਈਟ ਇੰਟੈਲੀਜੈਂਟ ਸਟੂਡੈਂਟ ਹੋਣ ਦੇ ਨਾਤੇ ਇਸ ਮਤਲਬ ਅੱਛਾ ਕਰ ਸਕਦਾ ਸੀਗਾ ਕਿ ਉਹਨੇ ਵੀ ਅੱਛਾ ਹੀ ਕੀਤਾ ਹੋਏਗਾ ਇਸ ਤੋਂ ਪਹਿਲਾਂ yet on the contrary he seemed to be doing a small job of selling high school software door to door ਕਹਿੰਦੇ ਉਹਦੇ ਤੁਲਨਾ ਦੇ ਵਿੱਚ ਕੀ ਸੀਗਾ ਉਹ ਇੱਕ ਛੋਟੀ ਜਿਹੀ ਜੌਬ ਕਰ ਰਿਹਾ ਸੀ ਕਿ ਡੋਰ ਟੂ ਡੋਰ ਜਾ ਕੇ ਆਪਣਾ ਸੌਫਟਵੇਅਰ ਵੇਚ ਰਿਹਾ ਸੀਗਾ ਤੇ ਉਹਨੂੰ ਤਾਂ ਚੰਗੀਆਂ ਕੰਪਨੀ ਵਾਲਿਆਂ ਨੇ ਹਾਇਰ ਕੀਤਾ ਹੋਣਾ ਚਾਹੀਦਾ ਸੀ ਮੈਡਮ ਯੂ ਨੋ I was very irregular in college. The same habit continued even after my graduation. I would get up late and was very lazy. My mother would lose her temper and peace of mind. I did not bother. I took her for granted. After a lot of pressure from my parents, I took up a job. But I continued with the same habits of going late to office, not keeping appointments and not being responsible. ਕਹਿੰਦੇ ਮੈਮ ਤੁਹਾਨੂੰ ਤਾਂ ਪਤਾ ਹੀ ਹੈ ਤੁਸੀਂ ਤਾਂ ਜਾਣਦੇ ਹੀ ਹੋ ਕਿ ਮੈਂ ਕਾਲਜ ਦੇ ਵਿੱਚ ਇਰੈਗੂਲਰ ਹੁੰਦਾ ਸੀ ਰੈਗੂਲਰ ਤਾਂ ਆਂਦਾ ਹੀ ਨਹੀਂ ਸੀ ਇਹੀ ਹੈਬਿਟ ਸੀ ਜਿਹੜੀ ਮੇਰੀ ਗ੍ਰੈਜੂਏਸ਼ਨ ਤੋਂ ਬਾਅਦ ਵੀ ਜਾਰੀ ਰਹੀ ਔਰ ਜਿਹੜੀ ਮੇਰੀ ਮਤਲਬ ਹਮੇਸ਼ਾ ਲੇਟ ਉੱਠਣਾ ਤੇ ਮੈਂ ਸੁਸਤੀ ਸੀਗਾ ਤੇ ਮੇਰੀ ਮਦਰ ਵੀ ਇਸ ਚੀਜ਼ ਦੇ ਲਈ ਆਪਣਾ ਮਤਲਬ ਗੁੱਸੇ ਵੀ ਹੁੰਦੀ ਸੀ ਮੈਨੂੰ ਔਰ ਉਹਦਾ ਪੀਸ ਆਫ ਮਾਈਂਡ ਸੀ ਜਿਹੜਾ ਸਾਰਾ ਸ਼ਾਂਤੀ ਭੰਗ ਹੋ ਜਾਂਦੀ ਸੀਗੀ ਪਰ ਮੈਂ ਉਹਦਾ ਕਦੇ ਖਿਆਲ ਹੀ ਨਹੀਂ ਕੀਤਾ I did not bother ਮੈਂ ਉਸ ਚੀਜ਼ ਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਕੀ ਕਰਦਾ ਸੀਗਾ ਕਹਿੰਦਾ ਮੈਂ ਬਹੁਤ ਸਾਰੇ ਪ੍ਰੈਸ਼ਰ ਤੋਂ ਬਾਅਦ ਜਦੋਂ ਮੇਰੇ ਪੇਰੈਂਟਸ ਦਾ ਪ੍ਰੈਸ਼ਰ ਪਿਆ ਤੇ ਮੈਂ ਇੱਕ ਜਗ੍ਹਾ ਮੈਨੂੰ ਜੌਬ ਮਿਲੀ ਤਾਂ ਕੀ ਸੀਗਾ ਪਰ ਆਫਿਸ ਦੇ ਵਿੱਚ ਵੀ ਮੇਰੀਆਂ ਉਹੀ ਹੈਬਿਟਸ ਰਹੀਆਂ ਲੇਟ ਜਾਣਾ ਆਫਿਸ ਦੇ ਵਿੱਚ ਕੋਈ ਜਿਹੜੀਆਂ ਅਪਾਇੰਟਮੈਂਟਸ ਮਿਲਦੀਆਂ ਸੀਗੀਆਂ ਕਿਸੇ ਨਾਲ ਅਪਾਇੰਟਮੈਂਟ ਹੁੰਦੀ ਸੀ ਉਹਨਾਂ ਦੇ ਲਈ ਕੋਈ ਰਿਸਪੌਂਸਿਬਿਲਟੀ ਨਹੀਂ ਸੀ ਮੇਰੀ ਮਤਲਬ ਰਿਸਪੌਂਸਿਬਲ ਨਹੀਂ ਸੀ ਮੈਂ ਟਾਈਮ ਤੇ ਪਹੁੰਚਦਾ ਹੀ ਨਹੀਂ ਸੀ I did not have the proper knowledge also ਤੇ ਨਾ ਹੀ ਮੈਨੂੰ ਕੀ ਸੀ ਪ੍ਰੋਪਰ ਨੌਲੇਜ ਹੀ ਨਹੀਂ ਸੀ ਕਿਉਂ ਨਹੀਂ ਸੀ ਬੱਚੇ ਪ੍ਰੋਪਰ ਨੌਲੇਜ ਕਿਉਂਕਿ ਉਹ ਰੈਗੂਲਰ ਉਹਨੇ ਕਲਾਸਾਂ ਹੀ ਨਹੀਂ ਸੀ ਅਟੈਂਡ ਕੀਤੀਆਂ ਰੈਗੂਲਰ ਕੋਰਸ ਹੈ ਜਿਹੜਾ ਉਹ ਪੂਰਾ ਪੜ੍ਹਿਆ ਹੀ ਨਹੀਂ ਸੀ ਥੋਰਲੀ ਉਹਨੇ ਸੋ ਬੱਚੇ ਇਸੇ ਕਰਕੇ ਕਿਹਾ ਜਾਂਦਾ ਕਿ ਰੈਗੂਲਰ ਸਾਨੂੰ ਪੜ੍ਹਨਾ ਚਾਹੀਦਾ ਹੈ ਨੰਬਰ ਉਹਨਾਂ ਮੈਟਰ ਨਹੀਂ ਕਰਦੇ ਜਿੰਨਾ ਸਾਡੀ ਰੈਗੂਲਰ ਸਟੱਡੀ ਹੈ ਜਿਹੜੀ ਉਹ ਮੈਟਰ ਕਰਦੀ ਹੈ in college I hardly studied. Getting a first class in the examination is not an index of the amount of knowledge one has. I would study just before the exams, guess the probable questions and skip the chapters. I always thought I could somehow make it later, but without proper knowledge it is difficult to work. ਕੀ ਸੀਗਾ ਕਹਿੰਦਾ ਮੈਂ ਕੀ ਕਰਦਾ ਸੀ ਕਲਾਸ ਦੇ ਵਿੱਚ ਫਰਸਟ ਜ਼ਰੂਰ ਆ ਜਾਂਦਾ ਸੀ ਫਰਸਟ ਕਲਾਸ ਪਾਸ ਹੁੰਦਾ ਸੀਗਾ ਪਰ ਸਿਰਫ ਕੀ ਕਰਦਾ ਸੀ ਪ੍ਰੋਬੇਬਲ ਮਤਲਬ ਜਿਹੜੇ ਹੁੰਦਾ ਸੀ ਕਿ ਇਹ ਕੁਐਸਚਨ ਨੇਗੇ ਐਕਸਪੈਕਟਡ ਨੇ ਕਿ ਇਹਨਾਂ ਕੁਐਸਚਨਸ ਦੀ ਆਉਣ ਦੀ ਉਮੀਦ ਹੈ ਮੈਂ ਉਹ ਲਰਨ ਕਰਦਾ ਸੀ ਬਾਕੀ ਸਾਰਾ ਲੈਸਨ ਮੈਂ ਸਕਿਪ ਕਰ ਜਾਂਦਾ ਸੀ ਤਾਂ ਉਹਦੇ ਕਰਕੇ ਕੀ ਹੈ ਜਿਹੜਾ ਮੈਨੂੰ ਪ੍ਰੋਪਰ ਨੌਲੇਜ ਹੀ ਨਹੀਂ ਹੈ I always thought I could somehow make it ਔਰ ਮੈਂ ਹਮੇਸ਼ਾ ਇਹ ਸੋਚਦਾ ਸੀਗਾ ਕਿ ਮੈਂ ਇਹਨੂੰ ਦੁਬਾਰਾ ਪੜ੍ਹ ਲਾਂਗਾ ਕੋਈ ਬਾਤ ਨਹੀਂ ਬਾਅਦ ਚ ਪੇਪਰਾਂ ਚ ਪੜ੍ਹ ਲੂੰਗਾ ਪਰ ਬਾਅਦ ਚ ਕੀ ਹੁੰਦਾ ਸੀਗਾ ਬਾਅਦ ਚ ਕੌਣ ਪੜ੍ਹਦਾ ਕਿ ਉਹ ਸਮੈਸਟਰ ਖਤਮ ਹੋ ਗਿਆ ਹੁਣ ਉਹ ਕਿਤਾਬਾਂ ਤੋਂ ਕੀ ਲੈਣਾ ਹੈ ਨਾ ਤਾਂ ਕੀ ਸੀਗਾ ਕਹਿੰਦਾ ਪ੍ਰੋਪਰ ਨੌਲੇਜ ਤੋਂ ਬਿਨਾ ਕੰਮ ਕਰਨਾ ਬਹੁਤ ਮੁਸ਼ਕਲ ਹੈ I always laughed at those people who were hard workers ਕਹਿੰਦਾ ਮੈਂ ਹਮੇਸ਼ਾ ਉਹਨਾਂ ਲੋਕਾਂ ਤੇ ਹੱਸਦਾ ਸੀ ਜਿਹੜੇ ਹਾਰਡ ਵਰਕਰ ਹੁੰਦੇ ਸੀ ਔਰ ਹਾਰਡ ਵਰਕਰਸ ਨੂੰ ਉਹ ਕੀ ਕਹਿੰਦਾ ਸੀ ਬੱਚੇ ਕੁਐਸਚਨ ਇੰਪੋਰਟੈਂਟ ਹੈ ਕੀ ਕਹਿ ਕੇ ਸਕਦਾ ਸੀ I always laughed at those people who were hard workers I used to make fun of them and called them nerds 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 ਕਹਿੰਦਾ ਉਹਨਾਂ ਨੂੰ ਮੈਂ nerds ਕਹਿ ਕੇ ਬੁਲਾਉਂਦਾ ਸੀ nerds ਹੁੰਦਾ boring person today those nerds have become millennials ਕਹਿੰਦਾ ਅੱਜ ਉਹ nerds person ਨੇ ਜਿਹੜੇ ਉਹ ਕੀ ਬਣ ਗਏ ਨੇ millennial ਮਿਲੀਅਨ ਪੈਸਾ ਉਹਨਾਂ ਕੋਲੇ ਬਿਲੀਅਨਸ ਚ ਕਮਾਉਂਦੇ ਨੇ nobody liked me in my office because of my behavior no employer would keep such an employee and I lost whatever job I took up ਕਹਿੰਦਾ ਕੋਈ ਵੀ ਆਫਿਸ ਦੇ ਵਿੱਚ ਮਤਲਬ ਮੇਰਾ ਬਿਹੇਵੀਅਰ ਸੀ ਜਿਹੜਾ ਆਫਿਸ ਦੇ ਵਿੱਚ ਕਿਸੇ ਨੂੰ ਪਸੰਦ ਨਹੀਂ ਸੀ ਕੋਈ ਵੀ EMPLOYER ਹੈ ਇਦਾਂ ਦਾ EMPLOYEE ਨਹੀਂ ਚਾਹੁੰਦਾ ਕੰਮ ਕਰਨ ਵਾਲਾ ਨਹੀਂ ਚਾਹੁੰਦਾ ਜਿੱਦਾਂ ਦਾ ਮੇਰਾ ਬਿਹੇਵੀਅਰ ਸੀਗਾ ਇਸ ਕਰਕੇ ਕਹਿੰਦਾ ਮੈਂ ਜਿਹੜੀ ਜੌਬ ਸੀ ਉਹ ਮੇਰੀ ਛੁੱਟ ਗਈ in my frustration I started quarreling at office as well as at home ਕਹਿੰਦਾ ਫਰਸਟ੍ਰੇਟ ਹੋ ਗਿਆ ਉਹ ਇਸ ਚੀਜ਼ ਤੇ ਨਿਰਾਸ਼ਾ ਦੇ ਵਿੱਚ ਕੀ ਕਰਦਾ ਸੀਗਾ ਕਹਿੰਦਾ ਮੈਂ ਸ਼ੁਰੂ ਕਰਤਾ ਆਫਿਸ ਦੇ ਵਿੱਚ ਵੀ ਲੜਾਈ ਝਗੜਾ ਕਰਨਾ ਤੇ ਘਰ ਦੇ ਵਿੱਚ ਵੀ ਲੜਾਈ ਝਗੜਾ ਕਰਦਾ ਸੀ finally my father got so fed
fed up he told me to stay separately. fed up ਦਾ ਮਤਲਬ ਬਹੁਤ ਜ਼ਿਆਦਾ ਅੱਕ ਜਾਣਾ। ਕਹਿੰਦਾ ਅਖੀਰ ਤੇ ਕੀ ਹੋਇਆ, ਮੇਰਾ ਫਾਦਰ ਸੀ ਉਹ ਵੀ ਮੇਰੇ ਤੋਂ ਅੱਕ ਗਿਆ ਤੇ ਉਹਨੇ ਮੈਨੂੰ ਕੀ ਕਹਿਤਾ ਕਿ ਤੂੰ ਆਪਣਾ ਵੱਖਰਾ ਰਹਿ। He always gave me a lot of freedom, but I never picked up my own good habits. My state today is the result of my own habits. ਕਹਿੰਦੇ ਮੇਰੇ ਫਾਦਰ ਨੇ ਮੈਨੂੰ ਬਹੁਤ ਜ਼ਿਆਦਾ ਫਰੀडम ਦਿੱਤੀ ਸੀ, ਆਜ਼ਾਦੀ ਦਿੱਤੀ ਸੀ, ਪਰ ਮੈਂ ਕੋਈ ਵੀ ਚੰਗੀ ਆਦਤ ਨਹੀਂ ਗ੍ਰਹਿਣ ਕੀਤੀ, ਕਦੇ ਵੀ ਕੋਈ ਚੰਗੀ ਆਦਤ ਗ੍ਰਹਿਣ ਨਹੀਂ ਕਰ ਸਕਿਆ। ਔਰ ਅੱਜ ਮੇਰੀ ਹਾਲਤ ਕੀ ਹੈ, ਮਾਈ ਸਟੇਟ ਮਤਲਬ ਮੇਰੀ ਹਾਲਤ ਅੱਜ ਇਹ ਹੈ, ਜੋ ਮੇਰੀ ਅੱਜ ਦੀ ਹਾਲਤ ਹੈ ਉਹ ਮੇਰੀਆਂ ਆਦਤਾਂ ਦੇ ਕਾਰਨ ਹੈ ਕਿ ਮੈਂ ਜਿਹੜੀਆਂ ਆਦਤਾਂ ਸੀ ਉਹ ਚੰਗੀਆਂ ਨਹੀਂ ਪਾ ਸਕਿਆ। I felt sorry for Hassan, who with all his intelligence and good nature could not make it. ਮੈਨੂੰ ਬਹੁਤ ਹੀ ਅਫਸੋਸ ਹੋਇਆ ਹਸਨ ਦੇ ਲਈ, ਜਿਹੜਾ ਕਿ ਇੰਨਾ ਇੰਟੈਲੀਜੈਂਟ ਸੀ, ਆਪਣੀ ਇੰਟੈਲੀਜੈਂਸ ਦੇ ਕਾਰਨ, ਚੰਗੀ ਨੇਚਰ ਦੇ ਕਾਰਨ ਨਹੀਂ ਕੁਝ ਬਣ ਸਕਿਆ, could not make it, ਆਪਣੀ ਚੰਗੀ ਮਤਲਬ ਕਿ ਉਹ ਸਟੇਟਸ ਨਹੀਂ ਬਣਾ ਸਕਿਆ। ਹਸਨ, you knew your faults, you could have improved and made a better life for yourself. There is always a start at any age. Don't get disappointed. You may have lost a battle, but you can still win the war. The teacher ਨੇ ਕੀ ਕਿਹਾ ਸੁਧਾ ਮੂਰਤੀ ਨੇ, ਕਹਿੰਦੇ ਹਸਨ ਤੈਨੂੰ ਆਪਣੀਆਂ ਜਿਹੜੇ ਫਾਲਟਸ ਨੇ, ਦੋਸ਼ ਨੇ, ਗਲਤੀਆਂ ਨੇ, ਉਹਨਾਂ ਬਾਰੇ ਸਾਰਾ ਚੰਗੀ ਤਰ੍ਹਾਂ ਪਤਾ ਹੈ, ਕਿਉਂਕਿ ਉਹ ਸਾਰਾ ਕਰ ਰਿਹਾ ਸੀ ਨਾ ਅਪੋਲੋਜਾਈਜ਼ ਕਿ ਮੈਂ ਆਪਣੀਆਂ ਗਲਤੀਆਂ ਦੇ ਕਾਰਨ ਅੱਜ ਇੱਥੇ ਹਾਂ। ਔਰ ਕੀ ਉਹਨੇ ਸੁਜੈਸਟ ਕੀਤਾ ਸੁਧਾ ਮੂਰਤੀ ਨੇ ਕਿ ਤੂੰ ਇਹਨਾਂ ਨੂੰ ਇੰਪਰੂਵ ਕਰ ਸਕਦਾ ਹੈ, ਸੁਧਾਰ ਸਕਦਾ ਹੈ ਔਰ ਆਪਣੀ ਬੈਟਰ ਲਾਈਫ ਬਣਾ ਸਕਦਾ ਹੈ, ਇੱਕ ਤੇਰੀ ਲਾਈਫ ਹੈ ਜਿਹੜੀ ਉਹ ਵਧੀਆ ਬਣ ਸਕਦੀ ਹੈ। ਕਿਸੇ ਵੀ देयर इज ऑलवेज अ स्टार्ट एट एनी एज, ਕਿਸੇ ਵੀ ਏਜ ਦੇ ਵਿੱਚ ਸ਼ੁਰੂ ਕੀਤਾ ਜਾ ਸਕਦਾ ਹੈ। ਜਿਵੇਂ ਕਹਿੰਦੇ ਜਦੋਂ ਜਾਗੋ ਉਦੋਂ ਹੀ ਸਵੇਰਾ, ਹੈ ਨਾ, ਕਿ ਜਿਹੜੀ ਅੱਛੀ ਸ਼ੁਰੂਆਤ ਹੈ ਜ਼ਿੰਦਗੀ ਦੀ ਉਹ ਕਦੇ ਵੀ ਕੀਤੀ ਜਾ ਸਕਦੀ ਹੈ। ਡੋਂਟ ਗੈਟ ਡਿਸਅਪਾਇੰਟਡ, ਤੂੰ ਨਿਰਾਸ਼ ਨਾ ਹੋ, ਤੂੰ ਇੱਕ ਲੜਾਈ ਹਾਰੀ ਹੈ, ਯੂ ਮੇ ਹੈਵ ਲੌਸਟ ਅ ਬੈਟਲ, ਤੂੰ ਇੱਕ ਲੜਾਈ ਹਾਰੀ ਹੈ ਪਰ ਤੂੰ ਕੀ ਕਰ ਸਕਦਾ ਹੈ, ਯੁੱਧ ਵਾਰ ਦੇ ਵਿੱਚ ਮਤਲਬ ਜੰਗ ਦੇ ਵਿੱਚ ਜਿੱਤ ਸਕਦਾ ਹੈ। ਮੈਡਮ ਓਲਡ ਹੈਬਿਟਸ ਡਾਈ ਹਾਰਡ, ਤੇ ਕੀ ਕਹਿੰਦਾ ਹਸਨ, ਕਹਿੰਦਾ ਜਿਹੜੀਆਂ ਪੁਰਾਣੀਆਂ ਆਦਤਾਂ ਪੈ ਚੁੱਕੀਆਂ ਨੇ ਉਹ ਮੁਸ਼ਕਲ ਨਾਲ ਹੀ ਮਰਦੀਆਂ ਨੇ। ਜਿਵੇਂ ਕਹਿੰਦੇ ਬਾਦੜੀਆਂ ਸਜਾਦੜੀਆਂ ਨਿਵਨ ਸਿਰਾਂ ਦੇ ਨਾਲ, ਕਿ ਉਹ ਖਤਮ ਨਹੀਂ ਹੁੰਦੀਆਂ। ਬਟ ਹਸਨ, ਇਟ ਇਜ਼ ਪੋਸੀਬਲ ਟੂ ਚੇਂਜ ਯੂਅਰ ਹੈਬਿਟਸ, देयर इज नथिंग विच इज इम्पॉसिबल। तो टीचर ने की किया कि पॉसिबल है यह चीज कि तू अपनी आदतें उन्होंने बदल सकता है, संभव है। कोई भी चीज इत्थे इदां दी नहीं है जिहड़ी इम्पॉसिबल होवे। बच्चे जिवें जे असीं स्पैलिंग देखते हैं इम्पॉसिबल दे, तो वो कहंदा आई एम पॉसिबल, मतलब जिहड़ा इम्पॉसिबल है वो भी की है, पॉसिबल है, संभव है। असीं हर एक चीज है जिहड़ी वो कर सकते हैं। यू ओनली रिक्वायर विल पावर, की होना चाहिए, तुहाडी विल पावर होनी चाहिए, उन्होंने करने की इच्छा होनी चाहिए। यू आर यूअर सेल्फ नॉट अवेयर ऑफ ऑल यूअर पोटेंशियल, तुहानू अपनी ताकत का खुद नहीं पता हुंदा कि मैं की कर सकदा है। जदों दूसरे तो मोटिवेशन मिलती है कि तू ये कर सकदा है, तो वो आदमी है जिहड़ा कर लेगा डेफिनेटली। प्लीज रिमेंबर व्हेन एल्डर्स से समथिंग दे डू सो बिकॉज दे वांट यू टू लीड अ बेटर लाइफ दैन देम। ਕਹਿੰਦੇ ਹਮੇਸ਼ਾ ਇਹ ਯਾਦ ਰੱਖੋ ਕਿ ਜਦੋਂ ਵੱਡੇ ਕੋਈ ਗੱਲ ਕਹਿੰਦੇ ਆ ਤੁਹਾਨੂੰ ਕਰਨ ਦੇ ਲਈ, ਤਾਂ ਤੁਸੀਂ ਕਰ ਸਕਦੇ ਹੋ, ਕਿਉਂਕਿ ਉਹ ਕੀ ਚਾਹੁੰਦੇ ਨੇ, ਯੂ ਟੂ ਲੀਡ ਅ ਬੈਟਰ ਲਾਈਫ ਦੈਨ them, ਕਿ ਤੁਸੀਂ ਉਹਨਾਂ ਦੇ ਨਾਲੋਂ ਚੰਗੀ ਲਾਈਫ ਹੈ ਜਿਹੜੀ ਲੀਡ ਕਰੋ, ਉਹਨਾਂ ਨਾਲੋਂ ਚੰਗੀ ਜ਼ਿੰਦਗੀ ਗੁਜ਼ਾਰੋ। ਇਸ ਕਰਕੇ ਵੱਡੇ ਆ ਜਿਹੜੇ ਤੁਹਾਨੂੰ ਸੁਜੈਸ਼ਨਸ ਦਿੰਦੇ ਨੇ, ਐਡਵਾਈਸ ਕਰਦੇ ਆ ਤੁਹਾਨੂੰ। ਐਕਸੀਲੈਂਸ ਡਸ ਨਾਟ ਕਮ ਬਾਈ ਐਕਸੀਡੈਂਟ ਬਟ ਬਾਈ ਪ੍ਰੈਕਟਿਸ। ਐਕਸੀਲੈਂਸ ਹੈ ਮਤਲਬ ਕੋਈ ਐਕਸੀਲੈਂਟ ਕਦੋਂ ਬਣਦਾ ਹੈ, ਪ੍ਰੈਕਟਿਸ ਦੇ ਨਾਲ। ਕਹਿੰਦੇ ਆ ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ, ਜਿੰਨੀ ਜ਼ਿਆਦਾ ਅਸੀਂ ਪ੍ਰੈਕਟਿਸ ਕਰਦੇ ਆ ਤਾਂ ਉਹ ਜ਼ਿਆਦਾ ਪਰਫੈਕਟ ਉਹਦੇ ਚ ਬਣੀ ਜਾਂਦੇ ਆ ਅਸੀਂ। ਕਹਿੰਦੇ ਬਾਈ ਐਕਸੀਡੈਂਟ ਨਹੀਂ ਆਉਂਦੀ, ਐਕਸੀਡੈਂਟਲੀ ਨਹੀਂ ਕੋਈ ਚੀਜ਼ ਆਉਂਦੀ ਕਿ ਦੁਰਘਟਨਾ ਹੋਈ ਤੇ ਸਾਨੂੰ ਐਕਸੀਲੈਂਸ ਆ ਜਾਏਗੀ, ਅਸੀਂ ਇੰਟੈਲੀਜੈਂਟ ਮਤਲਬ ਕਿਸੇ ਚੀਜ਼ ਦੇ ਵਿੱਚ ਮਾਹਰ ਹੋ ਜਾਵਾਂਗੇ। ਇਹ ਕਾਹਦੇ ਨਾਲ ਹੁੰਦੀ ਹੈ ਐਕਸੀਲੈਂਸੀ, ਕਾਹਦੇ ਨਾਲ ਆਉਂਦੀ ਹੈ, ਮਾਹਰ ਕਾਹਦੇ ਨਾਲ ਬਣਦੇ ਆ, ਪ੍ਰੈਕਟਿਸ ਕਰ ਕਰਕੇ। I could see a twinkle in his eyes. I thought I saw a glimpse of the young bright Hassan. I will try my best, madam, he promised as he rose to leave. ਕਹਿੰਦੇ ਮੈਂ ਕੀ ਦੇਖਿਆ ਇਸ ਚੀਜ਼ ਤੇ, ਮੈਂ ਦੇਖ ਸਕਦੀ ਸੀ ਹਸਨ ਦੀਆਂ ਅੱਖਾਂ ਦੇ ਵਿੱਚ ਇੱਕ ਚਮਕ ਸੀ ਕਿ ਉਹਨੂੰ ਇੱਕ ਜਿੱਦਾਂ ਮੇਰੇ ਤੋਂ ਮੋਟੀਵੇਸ਼ਨ ਮਿਲ ਗਈ ਹੋਵੇ, ਉਹਦੇ ਚ ਚਮਕ ਆ ਗਈ ਉਹਦੀਆਂ ਅੱਖਾਂ ਦੇ ਵਿੱਚ ਇੱਕ ਕਿ ਮੈਂ ਕੁਝ ਕਰ ਸਕਦਾ। ਤੇ ਮੈਂ ਸੋਚਿਆ I saw a glimpse of the young bright Hassan, ਕਿ ਮੈਂ ਇੱਕ ਉਹਦਾ
ਗ੍ਰਿੰਪਸ ਹੁੰਦਾ ਇੱਕ ਝਾਕਾ ਜਾਂ ਮਤਲਬ ਇੱਕ ਦੇਖਣਾ ਇੱਕ ਟਕ ਜੀ। ਤਾਂ ਕਹਿੰਦੇ ਮੈਂ ਉਸ ਨੂੰ ਹਸਨ ਦੇ ਉਸ ਇੰਟੈਲੀਜੈਂਟ ਹਸਨ ਨੂੰ ਦੇਖਣਾ ਚਾਹੂੰਗੀ। ਮੈਂ ਸੋਚਿਆ ਤਾਂ ਉਹਨੇ ਕੀ ਪ੍ਰੋਮਿਸ ਕੀਤਾ, ਹਸਨ ਨੇ ਪ੍ਰੋਮਿਸ ਕੀਤਾ ਮੇਰੇ ਨਾਲ ਕਿ ਮੈਂ ਆਪਣਾ ਬੈਸਟ ਕਰਾਂਗਾ, ਆਈ ਵਿਲ ਟਰਾਈ ਮਾਈ ਬੈਸਟ, ਮੈਂ ਆਪਣਾ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗਾ। ਜਿਵੇਂ ਹੀ ਐਜ਼ ਹੀ ਰੋਜ਼ ਟੂ ਲੀਵ, ਜਿਵੇਂ ਹੀ ਉਹ ਕਮਰੇ ਚੋਂ ਉੱਠਿਆ ਜਾਣ ਦੇ ਲਈ, ਮਤਲਬ ਕਿ ਛੱਡਿਆ, ਉਹਨੇ ਕਮਰਾ ਛੱਡਿਆ ਤਾਂ ਉਹਨੇ ਕਿਹਾ ਕਿ ਮੈਂ ਇਸ ਦੇ ਲਈ ਕੋਸ਼ਿਸ਼ ਕਰਾਂਗਾ। I have not met Hassan since that day. ਉਸ ਤੋਂ ਬਾਅਦ ਹਸਨ ਨੂੰ ਅਜੇ ਤੱਕ ਮੈਂ ਨਹੀਂ ਮਿਲੀ। I hope to bump into him unexpectedly once again and this time find him happy and successful. ਔਰ ਮੈਂ ਉਮੀਦ ਕਰਦੀ ਹਾਂ ਕਿ ਕਿਸੇ ਦਿਨ ਅਨਐਕਸਪੈਕਟਡਲੀ, ਅਚਾਨਕ ਹੀ ਮੈਂ ਹਸਨ ਨੂੰ ਮਿਲਾਂਗੀ, ਹਸਨ ਮੇਰੇ ਸਾਹਮਣੇ ਆਏਗਾ ਅਚਾਨਕ। ਤੇ ਕੀ ਹੋਏਗਾ ਇਸ ਟਾਈਮ ਤੇ? ਉਹ ਖੁਸ਼ ਹੋਊਗਾ ਤੇ ਇੱਕ ਸਕਸੈਸਫੁਲ ਪਰਸਨ ਹੋਏਗਾ। ਇਹ ਉਹਦੀ ਉਮੀਦ ਸੀ, ਕਿਉਂਕਿ ਸੁਧਾ ਮੂਰਤੀ ਆਪਣੇ ਜਿਹੜੇ ਸਟੂਡੈਂਟ ਸੀ ਉਹਨਾਂ ਦੀ ਹਮੇਸ਼ਾ ਵੈਲ ਵਿਸ਼ਰ ਸੀ, ਉਹਨਾਂ ਨੂੰ ਚੰਗੀ ਤਰ੍ਹਾਂ ਮੋਟੀਵੇਟ ਕਰਦੀ ਸੀ। ਤਾਂ ਉਹਨੂੰ ਇਹ ਸੀਗਾ ਕਿ ਜਿਹੜਾ ਹਸਨ ਹੈ ਉਹਨੇ ਮੇਰੇ ਤੋਂ ਜ਼ਰੂਰ ਇਸ ਚੀਜ਼ ਤੇ ਮੋਟੀਵੇਸ਼ਨ ਲਈ ਹੈ ਤੇ ਉਹ ਸਕਸੈਸ ਪਰਸਨ ਬਣ ਜਾਏਗਾ। ਉਹਨੇ ਆਪਣੀਆਂ ਹੈਬਿਟਸ ਹੈ ਜਿਹੜੀਆਂ ਉਹ ਚੇਂਜ ਕਰ ਲਈਆਂ ਹੋਣਗੀਆਂ। ਇਹ ਸੀ ਬੱਚੇ ਸਟੋਰੀ ਹਸਨ ਦੀ। ਤਾਂ ਇਹਦੇ ਬੱਚੇ ਜਿਹੜੇ ਕੁਐਸਚਨ ਆਨਸਰ ਨੇਗੇ ਇਸ ਪਾਰਟ ਦੇ ਵਿੱਚੋਂ, ਜਿਹੜਾ ਇੰਟੈਂਸਿਵ ਸਟੱਡੀ ਦਾ, ਇਹਦੇ ਵਿੱਚੋਂ 3 ਮਾਰਕਸ ਦੇ ਕੁਐਸਚਨ ਤੁਹਾਨੂੰ 1 ਮਾਰਕਸ ਵਾਲੇ ਆਣੇ ਨੇ ਔਰ 3 ਕੁਐਸਚਨ ਆਣੇ ਨੇ 2 ਮਾਰਕਸ ਵਾਲੇ। ਇੱਕ ਕੁਐਸਚਨ ਆਣਾ ਹੈ ਲੌਂਗ ਕੁਐਸਚਨ, 2 ਹੋਣਗੇ, ਉਹਦੇ ਵਿੱਚੋਂ 1 ਕਰਨਾ ਹੋਏਗਾ 5 ਮਾਰਕਸ ਦਾ। ਤਾਂ ਇੰਟੈਂਸਿਵ ਸਟੱਡੀ ਦਾ ਜਿਹੜਾ ਤੁਹਾਡਾ ਪੇਪਰ ਹੈ ਰਾਜੇ 14 ਮਾਰਕਸ ਦਾ ਆਏਗਾ। ਆਈ ਹੋਪ ਯੂ ਵਿਲ ਅੰਡਰਸਟੈਂਡ ਦ ਲੈਸਨ ਵੈਰੀ ਵੈਲ। ਉਮੀਦ ਹੈ ਤੁਹਾਨੂੰ ਇਹ ਜਿਹੜਾ ਚੈਪਟਰ ਹੈ ਚੰਗੀ ਤਰ੍ਹਾਂ ਸਮਝ ਆ ਗਿਆ ਹੋਏਗਾ ਔਰ ਤੁਸੀਂ ਕਰ ਸਕੋਗੇ ਆਪਣੇ ਕੁਐਸਚਨ ਆਨਸਰ ਇਸ ਦੇ ਜੋ ਵੀ ਇਹਦੇ ਨਾਲ ਰਿਲੇਟਡ ਨੇ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਬੱਚਿਓ। ਥੈਂਕ ਯੂ ਸਟੂਡੈਂਟਸ।